ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੀਆਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ। ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਜਿਹਦੇ ਉੱਤੇ ਪੂਰੇ ਦਿਨ ਦੇ ਵਿੱਚ ਚਰਚਾ ਹੁੰਦੀ ਰਹੀ ਆ। BC ਫੈਰੀਜ਼ ਵੱਲੋਂ ਆ ਲੌਂਗ ਵੀਕਐਂਡ ਦੇ ਲਈ ਕੁਝ ਸਲਾਹ ਦਿੱਤੀ ਗਈ ਹੈ। ਕੀ ਗੱਲਬਾਤ ਆ ਤੁਹਾਡੇ ਨਾਲ ਉਹ ਸਾਂਝੀ ਕਰਾਂਗੇ। ਅਗਲੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗਰਮੀ ਲਗਾਤਾਰ ਪੈ ਰਹੀ ਹੈ, ਕਈ ਰਿਕਾਰਡ ਟੁੱਟੇ ਆ, ਕਿੱਥੇ ਕਿੱਥੇ ਕਿੰਨੀ ਗਰਮੀ ਪਈ ਹੈ ਤੇ ਆਉਣ ਵਾਲੇ ਜਿਹੜੇ 2 ਕੁ ਦਿਨ ਆ ਉਹਨਾਂ ਦੇ ਵਿੱਚ ਕਿੱਥੇ ਕਿੱਥੇ ਗਰਮੀ ਪੈਣੀ, ਕਿਉਂਕਿ ਉਹਦੇ ਤੋਂ ਬਾਅਦ ਮੀਂਹ ਸ਼ੁਰੂ ਹੋ ਜਾਣਾ ਲਗਾਤਾਰ ਹੀ। ਉਹ ਤੁਹਾਡੇ ਨਾਲ ਗੱਲਬਾਤ ਕਰਾਂਗੇ। ਕੋਸਟਲ ਗੈਸ ਲਿੰਕ ਪਾਈਪਲਾਈਨ ਹਮੇਸ਼ਾ ਉਦੋਂ ਚਰਚਾ 'ਚ ਰਹਿੰਦੀ ਹੈ ਜਦੋਂ ਜਿਹੜੇ ਇੱਥੋਂ ਦੇ ਮੂਲ ਨਿਵਾਸੀ ਨੇ ਉਹ ਕਿਸੇ ਨਾ ਕਿਸੇ ਤਰ੍ਹਾਂ ਦਾ ਨੁਕਸਾਨ ਕਰਦੇ ਆ। ਹੁਣ ਕਿਸੇ ਹੋਰ ਕਾਰਨ ਕਰਕੇ ਚਰਚਾ 'ਚ ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੋਸਟਲ ਗੈਸ ਲਿੰਕ ਪਾਈਪਲਾਈਨ ਹੈ ਕੀ ਤੇ ਹੁਣ ਇਹਦਾ ਰੌਲਾ ਕੀ ਆ। ਪੋਪ ਫਰਾਂਸਿਸ ਦੀ ਫੇਰੀ ਅੱਜ ਖਤਮ ਹੋ ਗਈ ਹੈ, ਕੀ ਸਾਰੀ ਫੇਰੀ ਦੇ ਵਿੱਚ ਹੋਇਆ, ਇਹਦੇ ਨਾਲ ਗੱਲਬਾਤ ਕਰਾਂਗੇ। ਸੋਸ਼ਲ ਮੀਡੀਆ ਦੇ ਉੱਤੇ ਜਦੋਂ ਤੁਸੀਂ ਕੁਛ ਵੀ ਕਰਦੇ ਹੋ ਤਾਂ ਥੱਲੇ ਉਹਦੇ ਕਮੈਂਟ ਲਿਖਣ ਵਾਲੇ ਜਾਂ ਜਿਹੜੇ ਗਾਲਾਂ ਕੱਢਣ ਵਾਲੇ ਆ ਉਹਨਾਂ ਦੀ ਗਿਣਤੀ ਕਈ ਵਾਰੀ ਬਹੁਤ ਹੁੰਦੀ ਆ ਤੇ ਇਹ ਕਿਸੇ ਨੂੰ ਵੀ ਨਹੀਂ ਬਖਸ਼ਦੇ ਤੇ ਲਗਭਗ ਸਾਰੀਆਂ ਕਮਿਊਨਿਟੀਜ਼ ਦੇ ਵਿੱਚ ਇਹ ਵਰਤਾਰਾ ਬਰਾਬਰ ਹੀ ਆ। ਮਾਨਯੋਗ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹੋਣਾ ਦੀ ਫੋਟੋ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਗਲਤ ਕਮੈਂਟ ਕੀਤੇ ਆ। ਕੀ ਮਾਮਲਾ ਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ। ਘਰ ਕਹਿੰਦੇ ਸਸਤੇ ਹੋ ਗਏ ਜਦੋਂ ਦੇ ਇੰਟਰਸਟ ਰੇਟ ਵਧੇ ਆ ਜਾਂ ਸਸਤੇ ਹੋ ਰਹੇ ਆ। ਟੋਰਾਂਟੋ 'ਚ ਘਰ ਕਿੰਨੇ ਕੁ ਸਸਤੇ ਹੋਏ ਆ, ਟੋਰਾਂਟੋ ਦੇ ਵੱਖ-ਵੱਖ ਇਲਾਕਿਆਂ ਦੇ ਰੇਟ ਤੁਹਾਨੂੰ ਅੱਜ ਦੱਸਣੇ ਆ ਕਿ ਇੰਨੇ ਪਹਿਲਾਂ ਸੀ ਤੇ ਹੁਣ ਘਰ ਇੰਨੇ ਕੁ ਸਸਤੇ ਹੋ ਗਏ ਆ। ਇਸੇ ਤਰ੍ਹਾਂ ਹੀ ਜਿਹੜੇ ਅਲਬਰਟਾ ਦੇ ਵਿੱਚ ਬੱਚਿਆਂ ਨੂੰ ਕੋਵਿਡ ਵੈਕਸੀਨ ਕਦੋਂ ਲੱਗਣੀ ਆ, ਬਾਕੀ ਪ੍ਰੋਵਿੰਸਿਸ ਵਾਲੇ ਦੱਸੀ ਜਾਂਦੇ, ਅਲਬਰਟਾ ਵਾਲੇ ਉਡੀਕੀ ਜਾਂਦੇ ਆ ਵੀ ਸਾਨੂੰ ਵੀ ਦੱਸੋ ਇਹਨਾਂ ਬੱਚਿਆਂ ਦੇ ਅਗਲੀ ਕੋਵਿਡ ਵੈਕਸੀਨ ਕਦੋਂ ਲੱਗਣੀ ਆ। ਤੇ ਪਾਸਪੋਰਟਾਂ ਦਾ ਰੌਲਾ ਗੋਲਾ ਫਿਰ ਇੱਕ ਵਾਰੀ ਚਰਚਾ 'ਚ ਆ ਤੇ ਹੁਣ ਕਹਿੰਦੇ ਆ ਵੀ ਕੈਨੇਡਾ ਦੇ ਵਿੱਚ ਪਾਸਪੋਰਟ ਜਲਦੀ ਮਿਲਣ ਲੱਗ ਜਾਣਗੇ ਜਿਹੜੇ ਰੀਨਿਊ ਕਰਾਉਂਦੇ ਜੇ ਨਵਾਂ ਪਾਸਪੋਰਟ ਕਿਸੇ ਨੇ ਲੈਣਾ ਆ। ਟਿਮ ਹਾਰਟਨ ਲੋਕਾਂ ਨੂੰ ਫ੍ਰੀ ਕਾਫੀ ਦੇ ਰਹੀ ਹੈ ਤੇ ਡੋਨਟ ਦੇ ਰਹੀ ਹੈ, ਕਿਹਨਾਂ ਨੂੰ ਦੇ ਰਹੀ ਹੈ ਤੇ ਕਿਉਂ ਦੇ ਰਹੀ ਹੈ, ਇਹ ਵੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ। ਸਭ ਤੋਂ ਪਹਿਲੀ ਖਬਰ BC ਫੈਰੀਜ਼ ਬਾਰੇ। BC ਤੋਂ ਵਿਕਟੋਰੀਆ ਆਈਲੈਂਡ ਤੇ ਕਿਸੇ ਨੇ ਦੂਜੇ ਪਾਸੇ ਜਾਣਾ ਹੋਵੇ ਇੱਥੇ ਵੈਨਕੂਵਰ ਤੋਂ ਤਾਂ ਕੁਦਰਤੀ ਤੌਰ ਤੇ ਫੈਰੀ ਲੈਣੀ ਪੈਂਦੀ ਹੈ ਤੇ ਫੈਰੀ ਹਮੇਸ਼ਾ ਹੀ ਪਿਛਲੇ ਲੰਬੇ ਸਮੇਂ ਤੋਂ ਚਰਚਾ 'ਚ ਰਹੀ ਆ ਕਿ ਦੂਜੇ ਦਿਨ ਹੀ ਖਬਰ ਆ ਜਾਂਦੀ ਹੈ ਕਿ ਆਹ ਕੈਂਸਲ ਆ। ਕਦੇ ਕਹਿ ਦਿੰਦੇ ਫੈਰੀ ਖਰਾਬ ਆ, ਇਹਨੂੰ ਪਾਸੇ ਕੀਤਾ ਗਿਆ, ਤੇ ਕਦੇ ਕਹਿ ਦਿੰਦੇ ਆ ਸਟਾਫ ਸਾਡੇ ਕੋਲ ਹੈ ਨਹੀਂ, ਤੇ ਕਦੇ ਕੋਈ ਕਾਰਨ ਹੁੰਦਾ। ਆਹ ਜਿਹੜਾ ਵੀਕਐਂਡ ਆ ਰਿਹਾ ਹੁਣ ਲੌਂਗ ਵੀਕਐਂਡ ਸੋਮਵਾਰ ਨੂੰ, ਇਹ ਸਾਲ ਦਾ ਸਭ ਤੋਂ ਬਿਜ਼ੀ ਵੀਕਐਂਡ ਦੱਸਦੇ ਆ ਇਹਨਾਂ ਫੈਰੀਜ਼ ਦੇ ਲਈ। ਤੇ ਹੁਣ ਫੈਰੀਜ਼ ਵਾਲੇ ਫੇਰ ਜਿਹੜੇ ਪੈਸੰਜਰ ਟਰੈਵਲ ਕਰ ਰਹੇ ਉਹਨਾਂ ਨੂੰ ਕਹਿ ਰਹੇ ਆ ਕਿ ਲੌਂਗ ਵੀਕਐਂਡ ਦੇ ਵਿੱਚ ਤੁਹਾਨੂੰ ਸਲਾਹ ਦੇ ਰਹੇ ਆ ਕਿ ਤੁਸੀਂ ਜਿੱਥੇ ਆਪਣਾ ਜਿਹੜੀ ਉਹਨਾਂ ਨੇ ਗੱਲ ਕਹੀ ਆ ਵੀ ਜਿੱਥੇ ਤੁਸੀਂ ਆਪਣਾ ਸਮਾਨ ਪੈਕ ਕਰਨਾ ਉਹਦੇ ਨਾਲ ਥੋੜ੍ਹਾ ਜਿਹਾ ਸਬਰ ਵੀ ਪੈਕ ਕਰ ਲਿਓ, ਭਾਵ ਸਬਰ ਰੱਖਿਓ ਥੋੜ੍ਹਾ ਜਿਹਾ, ਬਿਜ਼ੀ ਬਹੁਤ ਆ। ਕੁਛ ਉਹ ਸਲਾਹ ਦੇ ਰਹੇ ਆ, ਉਹ ਕਹਿੰਦੇ ਵੀ ਬਿਜ਼ੀਐਸਟ ਲੌਂਗ ਵੀਕਐਂਡ ਆ, ਸਭ ਤੋਂ ਸਾਲ ਦੇ ਵਿੱਚ ਸਭ ਤੋਂ ਵੱਧ ਰਸ਼ ਇਸ ਵੀਕਐਂਡ ਦੇ ਉੱਤੇ ਹੁੰਦਾ ਹੈ। ਤੇ ਜੇ ਤੁਸੀਂ ਇਹਨਾਂ ਦੀ ਸਕੀਮ ਜਿਹੜੀ ਹੈਗੀ ਆ ਕਿ ਇਸ ਵੀਕਐਂਡ ਦੇ ਉੱਤੇ ਲਗਭਗ 1,40,000 ਵਹੀਕਲਸ, 4 ਲੱਖ ਦੇ ਕਰੀਬ ਪੈਸੰਜਰ ਤੇ 2,500 ਦੇ ਕਰੀਬ ਸੇਲਿੰਗ ਇਹਨਾਂ ਨੇ ਮਤਲਬ ਕੱਲ੍ਹ ਤੋਂ ਲਾ ਲਓ ਵੀ ਵੀਰਵਾਰ ਤੋਂ ਸ਼ੁਰੂ ਹੋਈ ਆ ਤੇ ਇਹ ਸੋਮਵਾਰ ਤੱਕ ਇਸ ਤਰੀਕੇ ਨਾਲ ਜਾਣੀ ਆ। ਸੋ ਬਹੁਤ ਜ਼ਿਆਦਾ ਇਹ ਗਿਣਤੀ ਹੁੰਦੀ ਆ ਜਿਹੜੇ ਕਾਰਾਂ ਉਹਦੇ ਵਿੱਚ ਫੈਰੀ ਦੇ ਥੱਲੇ ਖੜੀਆਂ ਕਰ ਦਿੰਦੀਆਂ ਤੇ ਉਹਦੇ ਵਿੱਚ ਜਾਂਦੀਆਂ 1,40,000 ਦੇ ਕਰੀਬ, ਤਾਂ ਉਹਨਾਂ ਦੀ ਢੋਆ ਢੁਆਈ ਹੁੰਦੀ ਆ। 400,000 ਪੈਸੰਜਰਸ ਹੁੰਦੇ, 4 ਲੱਖ ਬੰਦਾ ਇੱਧਰ ਉੱਧਰ ਲੈ ਕੇ ਜਾਣਾ ਤੇ 2,500 ਸੇਲਿੰਗ ਆ ਵੀਰਵਾਰ ਤੋਂ ਲੈ ਕੇ ਸੋਮਵਾਰ ਤੱਕ ਹੋਣੀ ਆ। ਸੋ ਲੋਕ ਕਿਉਂਕਿ ਬਹੁਤ ਜ਼ਿਆਦਾ ਪਹਿਲਾਂ ਬੁੱਕ ਵੀ ਕਰ ਲੈਂਦੇ ਆ ਤੇ ਚਾਹੁੰਦੇ ਵੀ ਆ ਵੀ ਸਾਡੀ ਜਿਹੜੇ ਸਫ਼ਰ ਦੇ ਵਿੱਚ ਕਿਸੇ ਕਿਸਮ ਦੀ ਰੁਕਾਵਟ ਨਾ ਆਵੇ, ਤੇ ਉਹਨਾਂ ਲਈ ਸਲਾਹ ਇਹ ਦਿੱਤੀ ਜਾਂਦੀ, ਕਹਿੰਦੇ ਵੀ ਰਿਜ਼ਰਵੇਸ਼ਨ ਪਹਿਲਾਂ ਕਰ ਲਓ ਤੇ ਆਪਣੀ ਤਿਆਰੀ ਕਰਕੇ ਜਾਓ। ਜਿਹੜੇ ਪੀਕ ਟਾਈਮਸ ਹੈਗੇ ਆ ਉਹਦੇ ਵਿੱਚ ਕਿਉਂਕਿ ਗਰਮੀ ਬਹੁਤ ਪੈ ਰਹੀ ਆ, ਆਪਣਾ ਸਾਰਾ ਪ੍ਰਬੰਧ ਨਾਲ ਕਰਕੇ ਲੈ ਕੇ ਜਾਓ। ਦੇਰੀ ਹੋ ਸਕਦੀ ਆ, ਥੋੜ੍ਹੀ ਬਹੁਤੀ ਇੱਧਰ ਉੱਧਰ ਟਾਈਮਿੰਗ ਵੀ ਹੋ ਸਕਦੀ ਆ। ਸੋ ਇਹਦੇ ਖਾਸ ਤੌਰ ਦੇ ਉੱਤੇ ਇਸ ਟਰੈਵਲਿੰਗ ਦੇ ਲਈ ਕੋਸ਼ਿਸ਼ ਕਰੋ, ਕਹਿੰਦੇ ਆਫ ਪੀਕ ਆਵਰਸ ਦੇ ਵਿੱਚ ਟਰੈਵਲ ਕਰੋ, ਜਦੋਂ ਬਹੁਤੇ ਲੋਕ ਨਹੀਂ ਜਾਂਦੇ ਉਸ ਥਾਂ ਦੇ ਉੱਤੇ ਜਾਓ। ਕਾਰ ਪੂਲਿੰਗ ਕਰਨ ਦਾ ਯਤਨ ਕਰੋ, 2-4 ਜਣੇ ਜਾ ਰਹੇ ਹੋ ਇੱਕ ਕਾਰ ਦੇ ਵਿੱਚ ਬੈਠ ਕੇ ਚਲੇ ਜਾਓ, 4 ਕਾਰਾਂ ਨਾ ਲੈ ਜਾਓ, ਜਾਂ ਉਹ ਕਹਿੰਦੇ ਉੱਥੇ ਨੇੜੇ ਤੇੜੇ ਕਿਤੇ ਖੜੀ ਕਰਕੇ ਤੇ ਤੁਰ ਕੇ ਆ ਜਾਓ। ਵਹੀਕਲਸ ਨੂੰ ਟਰਾਂਸਪੋਰਟ ਨਾ ਕਰਨਾ ਪਵੇ ਇਹਨਾਂ ਨੂੰ, ਉਹ ਵੀ ਕਿਉਂਕਿ ਉਹਦੀ ਆਪਣੀ ਇੱਕ ਲਿਮਿਟ ਆ ਤੇ ਉਹ ਲਿਮਿਟ ਤੱਕ ਹੀ ਜਾ ਸਕਦਾ ਆ। ਸੋ ਆਮ ਤੌਰ 'ਤੇ ਸਲਾਹ ਤਾਂ ਵੈਸੇ ਵੀ ਇਹ ਦਿੰਦੇ ਹਰ ਇੱਕ ਵਿਅਕਤੀ ਨੂੰ ਕਿ ਤੁਸੀਂ ਕਾਰਾਂ ਨੂੰ ਪੂਲ ਕਰਕੇ ਆਓ, ਪਰ ਹੁਣ ਖਾਸ ਤੌਰ 'ਤੇ ਕਹਿ ਰਹੇ ਆ ਕਿ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਸਾਲ ਦਾ ਸਭ ਤੋਂ ਵੱਧ ਰਸ਼ ਹੀ ਇਸ ਦਿਨ ਪੈਣਾ ਆ, 4 ਦਿਨ ਦੇ ਵਿੱਚ ਪੈਣਾ ਆ, ਤੇ ਇੱਥੇ ਥੋੜ੍ਹਾ ਜਿਹਾ ਖਾਸ ਖਿਆਲ ਰੱਖਿਆ ਜਾਵੇ। ਲੌਂਗ ਵੀਕਐਂਡ ਦੇ ਉੱਤੇ ਉਹ ਕਹਿੰਦੇ ਬਹੁਤ ਸਾਰੀਆਂ ਜਿਹੜੀਆਂ ਕੈਂਸਲੇਸ਼ਨ ਹੋ ਸਕਦੀਆਂ, ਡਿਲੇਜ਼ ਹੋ ਸਕਦੇ ਆ। ਕ੍ਰਿਊ ਸ਼ਾਰਟੇਜ ਹਮੇਸ਼ਾ ਹੀ ਇੱਥੇ ਰਹਿੰਦੀ ਆ। ਇਸ ਹਫ਼ਤੇ ਦੇ ਸ਼ੁਰੂ ਦੇ ਵਿੱਚ ਹੀ BC ਫੈਰੀਜ਼ ਨੇ ਜਿਹੜੀਆਂ ਈਵਨਿੰਗ ਸੇਲਿੰਗ ਸੀਗੀਆਂ ਉਹ ਕੈਂਸਲ ਕਰ ਦਿੱਤੀਆਂ ਸਵਾਰਟਸ ਵੇ ਤੇ ਵਿਕਟੋਰੀਆ ਦੇ ਵਿੱਚ, ਤੇ ਦੂਜੇ ਪਾਸੇ ਸਾਲਟ ਸਪ੍ਰਿੰਗ ਆਈਲੈਂਡ ਨੂੰ ਵੀ ਕੁਛ ਜਿਹੜੀਆਂ ਸੇਲਿੰਗ ਸੀਗੀਆਂ ਉਹ ਕੈਂਸਲ ਕੀਤੀਆਂ ਗਈਆਂ ਸੀ। ਤੇ ਉਹ ਕਹਿੰਦੇ ਸੀ ਕਿ ਫਰਾਈਡੇ ਤੋਂ ਸੈਟਰਡੇ ਤੱਕ ਇਹਨਾਂ ਨੂੰ ਰੀਸਟੇਟ ਕਰ ਦੇਵਾਂਗੇ। ਪਿਛਲੇ ਫਰਾਈਡੇ ਦੀ ਜੇਕਰ ਗੱਲ ਕਰੀਏ ਤਾਂ BC ਫੈਰੀਜ਼ ਨੇ ਅਨਾਊਂਸਮੈਂਟ ਕੀਤੀ ਸੀਗੀ ਕਿ ਜਿਹੜਾ ਇਹਨਾਂ ਦਾ ਪ੍ਰੈਜ਼ੀਡੈਂਟ ਤੇ CEO ਆ ਮਾਰਕ ਕੋਲਿਨਜ਼,
ਉਹ ਜਿਹੜੀ 2017 ਤੋਂ ਕੰਪਨੀ ਨੂੰ ਚਲਾਉਂਦਾ ਆ ਰਿਹਾ ਸੀ ਤੇ ਉਹਨਾਂ ਨੇ ਕਿਹਾ ਸੀ ਕਿ BC ਫੈਰੀਜ਼ ਨੇ 173 ਸੇਲਿੰਗਸ ਪਿਛਲੇ 28 ਦਿਨਾਂ ਦੇ ਵਿੱਚ ਕੈਂਸਲ ਕੀਤੀਆਂ। 173 ਬਹੁਤ ਵੱਡੀ ਗਿਣਤੀ ਹੈ। ਤੇ ਉਹਨਾਂ ਨੇ 850 ਦੇ ਕਰੀਬ ਹੋਰ EMPLOYE ਵੀ ਹਾਇਰ ਕੀਤੇ ਸੀ ਜਿਹੜੇ ਹੈਗੇ ਆ ਉਹ ਈਅਰ ਰਾਊਂਡ ਹੀ, ਤੇ 120 ਮੁਲਾਜ਼ਮ ਇਹਨਾਂ ਦੇ ਅਨਪੇਡ ਛੁੱਟੀ ਤੇ ਗਏ ਆ ਕੋਵਿਡ ਵਾਲੀ ਵੈਕਸੀਨੇਸ਼ਨ ਵਾਲੇ ਉਹਨਾਂ ਚੱਕਰਾਂ ਦੇ ਕਰਕੇ। ਸੋ ਹੁਣ ਇਹ ਸਾਰੇ ਕੁਛ ਦੇ ਵਿੱਚ ਉਹ ਕਹਿੰਦੇ ਅਸੀਂ ਆਪਰੇਟਰ ਜਿਹੜੇ ਆ ਉਹ ਇਹ ਤਾਂ ਕਹਿ ਰਹੇ ਆ ਵੀ ਲੌਂਗ ਵੀਕਐਂਡ ਦੇ ਉੱਤੇ ਅਸੀਂ ਕੋਈ ਇੱਦਾਂ ਦੀ ਕੈਂਸਲੇਸ਼ਨ ਐਕਸਪੈਕਟ ਨਹੀਂ ਕਰਦੇ, ਪਰ ਫਿਰ ਵੀ ਉੱਥੇ ਕਹਿੰਦੇ 45-50 ਮਿੰਟ ਪਹਿਲਾਂ ਪਹੁੰਚੋ ਤੁਸੀਂ, ਜਿਹੜਾ ਵਾਕ ਔਨ ਪੈਸੰਜਰਸ ਜਿਹੜੇ ਆ ਉਹ 45 ਮਿੰਟ ਪਹਿਲਾਂ ਪਹੁੰਚਣ ਤੇ ਉੱਥੇ ਜਾ ਕੇ ਫਿਰ ਤਾਂ ਹੀ ਕੁਛ ਹੋ ਸਕਦਾ ਹੈ। ਤੁਹਾਨੂੰ ਪਿਛਲੇ ਦਿਨਾਂ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਕੈਂਸਲੇਸ਼ਨ ਬਹੁਤ ਹੋਈਆਂ, ਲਗਭਗ ਦੂਜੇ ਤੀਜੇ ਖਬਰ ਆ ਜਾਂਦੀ ਵੀ ਕਿ ਉਹ ਕੈਂਸਲ ਹੋ ਗਈ ਜਾਂ ਉਹ ਕੈਂਸਲ ਹੋ ਗਈ। ਸਟਾਫਿੰਗ ਦਾ ਇਸ਼ੂ ਸੀਗਾ, ਕੈਂਸਲੇਸ਼ਨ ਦਾ ਇਸ਼ੂ ਸੀਗਾ, ਪੈਂਡੈਮਿਕ ਸੀਗਾ, ਤੇ ਇਹ ਸਾਰੇ ਕੁਛ ਦੇ ਕਰਕੇ ਇਹਨਾਂ ਨੇ ਜਿਹੜਾ ਇਹਨਾਂ ਦਾ ਸੀਗਾ CEO ਤੇ ਪ੍ਰੈਜ਼ੀਡੈਂਟ ਮਾਰਕ ਕੋਲਿਨਸ ਉਹਨੂੰ ਕੱਢ ਦਿੱਤਾ ਸੀ ਨੌਕਰੀ ਦੇ ਉੱਤੋਂ ਕਿ ਤੁਹਾਡੇ ਕੋਲੋਂ ਇਹ ਇਸ਼ੂਜ਼ ਸੋਲਵ ਨਹੀਂ ਹੋ ਰਹੇ ਤੇ ਇਸ ਕਰਕੇ ਤੁਸੀਂ ਜਿਹੜਾ ਆ ਉਹਨਾਂ ਨੂੰ ਕੱਢ ਦਿੱਤਾ ਗਿਆ ਸੀ। ਸੋ ਕਾਰਪੋਰੇਸ਼ਨ ਨੇ ਕਿਹਾ ਸੀ ਕਿ ਜਿਹੜਾ ਸਟੇਟਮੈਂਟ ਇੱਕ ਦਿੱਤੀ ਸੀ ਫਰਾਈਡੇ ਨੂੰ, ਤੇ 2017 ਤੋਂ ਲੈ ਕੇ ਲਗਾਤਾਰ ਉਹ ਕੰਪਨੀ ਨੂੰ ਇਸ ਤਰ੍ਹਾਂ ਚਲਾਉਂਦੇ ਆ ਰਹੇ ਸੀ, ਤੇ ਉਹ ਕਹਿੰਦੇ ਵੀ ਹੁਣ ਇਸ ਵੇਲੇ ਸਮਾਂ ਆ ਗਿਆ ਵੀ ਸਾਰਾ ਕੁਝ ਰੀਨਿਊ ਕੀਤਾ ਜਾਵੇ, ਕਮਿਟਮੈਂਟ ਆਈਡੀਆਜ਼ ਤੇ ਸਾਰਾ ਕੁਝ ਉਹਦੇ ਤੋਂ ਬਾਅਦ ਹੀ ਕੁਛ ਨਾ ਕੁਛ ਹੋ ਸਕਦਾ ਹੈ। ਤੇ ਜਿਹੜਾ ਉਹਨਾਂ ਦਾ ਧੰਨਵਾਦ ਵੀ ਕੀਤਾ ਵੀ ਤੁਸੀਂ ਬਹੁਤ ਮਿਹਨਤ ਕੀਤੀ ਹੈ, ਪਰ ਫਿਰ ਵੀ ਉਹ ਕਹਿੰਦੇ ਵੀ ਹੁਣ ਸਾਨੂੰ ਕੁਛ ਨਵੇਂ ਸਿਰਿਓਂ ਨਵੇਂ ਆਈਡੀਆਜ਼ ਦੇ ਨਾਲ ਸੋਚਣਾ ਪਊਗਾ। ਉਹਦੇ ਤੋਂ ਬਾਅਦ ਜਿਹੜੇ ਇਹ ਅਨਾਊਂਸਮੈਂਟ ਤੋਂ ਬਾਅਦ ਕਾਫੀ ਹਿਲਜੁਲ ਵੀ ਇਸ ਗੱਲ ਦੇ ਵਿੱਚ ਹੋਈ ਸੀ ਕਿ ਕਿਉਂਕਿ ਵੱਡੀ ਇੱਕ ਪੋਸਟ ਸੀ ਉਹਦੇ ਉੱਤੇ ਪਹਿਲਾਂ ਵੀ ਇਹ ਕਾਫੀ ਮਹੱਤਵਪੂਰਨ ਅਹੁਦਿਆਂ ਦੇ ਉੱਤੇ ਰਹਿ ਚੁੱਕੇ ਆ, ਤੇ ਉਹਦੇ ਤੋਂ ਬਾਅਦ ਟੋਰਾਂਟੋ 에ਅਰਪੋਰਟ ਦੀ ਅਥਾਰਟੀ ਦੇ ਉੱਤੇ ਰੋਜਰਸ ਕਮਿਊਨੀਕੇਸ਼ਨ ਦੇ ਵਿੱਚ ਫਿਰ ਉਹਨਾਂ ਨੇ ਹੋਰ ਵੱਡੀਆਂ ਜਿਹੜੀਆਂ ਪੋਜੀਸ਼ਨ ਸੀਗੀਆਂ ਉਹਨਾਂ ਦੇ ਉੱਤੇ ਰਹੇ ਆ, ਤੇ ਇਹਨਾਂ ਦੀ ਕੰਪਨਸੇਸ਼ਨ ਵੀ ਕਾਫੀ ਜ਼ਿਆਦਾ ਹੁੰਦੀ ਆ। 5-6 ਲੱਖ ਡਾਲਰ ਇਹਨਾਂ ਨੂੰ ਸਾਲ ਦਾ BC ਫੈਰੀਜ਼ ਦਿੰਦੀ ਹੈ ਆਪਣੇ CEO ਨੂੰ। ਸੋ ਉਹਦੇ ਥਾਂ ਦੇ ਉੱਤੇ ਹੁਣ ਨਵਾਂ ਵਿਅਕਤੀ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਆਉਣਾ ਸੀ। ਸੋ ਲੌਂਗ ਵੀਕਐਂਡ ਦੇ ਉੱਤੇ ਥੋੜ੍ਹਾ ਜਿਹਾ ਜੇ ਤੁਸੀਂ ਕੱਲ੍ਹ ਪਰਸੋਂ ਜਾਂ ਅਗਲੇ ਦਿਨਾਂ ਦੇ ਵਿੱਚ ਜਾ ਰਹੇ ਆ ਤਾਂ ਖਿਆਲ ਨਾਲ ਜਾਓ, ਥੋੜ੍ਹਾ ਜਿਹਾ ਪਹਿਲਾਂ ਜਾਓ, ਕਾਰਾਂ ਘੱਟ ਲੈ ਕੇ ਜਾਓ। BC ਫੈਰੀਜ਼ ਵੱਲੋਂ ਖਾਸ ਸੂਚਨਾ ਤੁਹਾਡੇ ਲਈ ਇਹ ਦਿੱਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਟੈਂਪਰੇਚਰ ਵੱਧ ਰਿਹਾ, ਲਗਾਤਾਰ ਗਰਮੀ ਪੈ ਰਹੀ ਆ। ਕੁਛ ਲੋਕ ਤਾਂ ਇਹ ਕਹਿ ਰਹੇ ਵੀ ਥੋੜ੍ਹੇ ਦਿਨਾਂ ਦੀ ਗਰਮੀ ਆ, ਮਸੀਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਗਰਮੀ ਦੇਖਣ ਨੂੰ ਮਿਲਦੀ, ਨਹੀਂ ਤਾਂ ਸਾਰਾ ਸਾਲ ਮੀਂਹ ਪੈਂਦਾ ਰਹਿੰਦਾ ਤੇ ਇਹਨੂੰ ਇੰਜੋਏ ਕਰਨਾ ਚਾਹੀਦਾ ਕਿਉਂਕਿ ਅਗਲਾ ਹਫ਼ਤਾ ਸਾਰਾ ਫੇਰ ਮੀਂਹ ਆ। ਪਰ ਗਰਮੀ ਇੰਨੀ ਪੈ ਰਹੀ ਹੈ ਕਿ ਪੁਰਾਣੇ ਰਿਕਾਰਡ ਟੁੱਟ ਰਹੇ ਆ। ਪਿਛਲੇ ਸਾਲ ਵਾਲੀ ਗੱਲ ਤਾਂ ਨਹੀਂ ਹੋ ਰਹੀ, ਉਹਨਾਂ ਨੁਕਸਾਨ ਤਾਂ ਨਹੀਂ ਹੋ ਰਿਹਾ ਕਿ 600-700 ਮੌਤ ਹੋ ਜਾਵੇ, ਪਰ ਗਰਮੀ ਨੇ ਫੇਰ ਵੀ ਅੱਜ ਤੀਜਾ ਚੌਥਾ ਦਿਨ ਲਗਾਤਾਰ ਗਰਮੀ ਦਾ ਆਇਆ ਕਿ ਪ੍ਰੋਵਿੰਸ ਦੇ ਵਿੱਚ ਹੀਟ ਵੇਵ ਦੇ ਨਾਲ ਅਸੀਂ ਡੀਲ ਕਰ ਰਹੇ ਹਾਂ। ਡਾਟਾ ਦੱਸ ਰਿਹਾ এনवायरमेंट ਕੈਨੇਡਾ ਦਾ ਕਿ 14 ਨਵੇਂ ਰੈਕਡ ਟੁੱਟੇ ਆ। ਜਿਹੜੇ 28 ਜਿਹੜੇ ਹੈਗੇ ਆ ਉਹ ਮਤਲਬ ਜੁਲਾਈ 28 ਤੋਂ ਲੈ ਕੇ ਜਿਹੜਾ ਲਗਾਤਾਰ ਇਹ ਇਸ ਪਾਸੇ ਨੂੰ ਜਾ ਰਿਹਾ ਹੈ, ਤੇ ਬਹੁਤ ਸਾਰੇ ਰਿਕਾਰਡ ਜਿਹੜੇ 1930 ਤੋਂ ਮਤਲਬ ਉਦੋਂ ਦੇ ਸੀਗੇ ਜਿਹੜੇ ਇਸ ਵੇਲੇ ਤੱਕ ਹੁਣ ਬਣੇ ਆ। ਸੋ ਜਿਹੜਾ ਸਭ ਤੋਂ ਗਰਮ ਦਿਨ ਬਹੁਤ ਸਾਰੀਆਂ ਥਾਵਾਂ ਦੇ ਵਿੱਚ ਦੇਸ਼ ਦੇ ਵਿੱਚ ਲਾਸਟ ਸਮਰ ਦੇ ਵਿੱਚ ਸਭ ਤੋਂ ਗਰਮ ਦਿਨ ਸੀਗਾ, ਤੇ ਜਿਹੜਾ ਲਗਾਤਾਰ ਹੀ ਇਸ ਮਾਮਲੇ ਦੇ ਵਿੱਚ 41.1 ਡਿਗਰੀ ਰੈਕਡ ਜਿਹੜਾ 2009 ਦੇ ਵਿੱਚ 40.6 ਡਿਗਰੀ ਸੀਗਾ, ਤੇ ਬੁੱਧਵਾਰ ਨੂੰ 42 ਡਿਗਰੀ ਦੇ ਉੱਤੇ ਚਲੇ ਗਿਆ ਸੀ। 1939 ਦਾ ਰਿਕਾਰਡ ਵੀ ਟੁੱਟ ਗਿਆ ਸੀ। ਬਹੁਤ ਉਸਾਈਐਸ ਦੇ ਵਿੱਚ ਵੀ ਟੈਂਪਰੇਚਰ ਕਾਫੀ ਉੱਤੇ ਰਿਹਾ, 40 ਡਿਗਰੀ ਦੇ ਨੇੜੇ। ਉੱਥੇ ਵੀ ਜਿਹੜਾ ਪਿਛਲੇ ਰਿਕਾਰਡ ਆ ਉਹ ਸਾਰੇ ਟੁੱਟੇ ਆ। ਤੇ ਹੁਣ ਜਦੋਂ ਜੇਕਰ ਮੋਟੇ ਤੌਰ ਦੇ ਉੱਤੇ ਦੇਖਿਆ ਜਾਵੇ ਕਿ ਪੂਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿੱਥੇ ਕਿੱਥੇ ਕੀ ਕੁਛ ਹੋਇਆ, ਬਲੂ ਰਿਵਰ ਏਰੀਆ ਦੇ ਵਿੱਚ ਨਵਾਂ ਰਿਕਾਰਡ 37 ਡਿਗਰੀ ਆ। ਉੱਥੇ 37 ਡਿਗਰੀ ਟੈਂਪਰੇਚਰ ਨਹੀਂ ਸੀ ਹੋਇਆ ਕਦੇ 1998 ਤੋਂ ਬਾਅਦ। 1998 ਦੇ ਵਿੱਚ ਇੱਕ ਵਾਰੀ 36 ਡਿਗਰੀ ਟੈਂਪਰੇਚਰ ਹੋਇਆ ਸੀ, ਤੇ ਹੁਣ ਉੱਥੇ 37 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਬਲੂ ਰਿਵਰ ਏਰੀਆ ਦੇ ਵਿੱਚ ਹੋਇਆ। ਇਸੇ ਤਰ੍ਹਾਂ ਕਲੀਅਰ ਵਾਟਰ ਏਰੀਆ ਹੈ, ਕਲੀਅਰ ਵਾਟਰ ਦੇ ਵਿੱਚ 39.2 ਡਿਗਰੀ ਹੋਇਆ। ਪੁਰਾਣਾ ਰੈਕਡ ਉੱਥੇ 38.5 ਦਾ ਸੀਗਾ 1998 ਦੇ ਵਿੱਚ। ਕਲਿੰਟਨ ਏਰੀਆ ਦੇ ਵਿੱਚ ਨਵਾਂ ਰੈਕਡ 34.5 ਦਾ ਆ। 34.5 ਡਿਗਰੀ ਟੈਂਪਰੇਚਰ ਉੱਥੇ ਹੋਇਆ ਨਹੀਂ ਸੀ ਕਦੇ। 2009 ਦੇ ਵਿੱਚ 33 ਡਿਗਰੀ ਸੀਗਾ। ਸੋ ਲਗਾਤਾਰ ਇਹ ਪੂਰੀ ਦੀ ਪੂਰੀ ਲਿਸਟ ਆ ਜਿੱਥੇ ਰਿਕਾਰਡ ਟੁੱਟਿਆ। ਡਵਾਸਨ ਕ੍ਰੀਕ ਦੇ ਵਿੱਚ 32 ਡਿਗਰੀ ਹੋ ਗਿਆ ਟੈਂਪਰੇਚਰ, 32.5 ਡਿਗਰੀ। 1937 ਦੇ ਵਿੱਚ ਇੱਥੇ 30 ਡਿਗਰੀ ਹੋਇਆ ਸੀ। 1937 ਤੋਂ ਬਾਅਦ ਕਦੇ 30 ਡਿਗਰੀ ਤੋਂ ਉੱਤੇ ਟੈਂਪਰੇਚਰ ਨਹੀਂ ਗਿਆ, ਤੇ ਐਤਕੀ ਉੱਥੇ 32.5 ਡਿਗਰੀ ਡਵਾਸਨ ਕ੍ਰੀਕ ਬਿਲਕੁਲ ਉਹਦੇ ਬਾਰਡਰ ਦੇ ਉੱਤੇ ਅਲਬਰਟਾ ਦੇ ਉੱਥੇ ਇਹ ਜਿਹੜਾ ਇੰਨਾ ਇੱਥੇ ਹੋ ਗਿਆ। ਪੈਡਿੰਗਟਨ ਦੇ ਵਿੱਚ 37.9 ਡਿਗਰੀ ਟੈਂਪਰੇਚਰ ਰਿਹਾ, ਤੇ ਜਿਹੜਾ 1934 ਦੇ ਵਿੱਚ 37.8 ਸੀ। ਸੋ 1934 ਤੋਂ ਲੈ ਕੇ ਹੁਣ ਤੱਕ ਪੈਡਿੰਗਟਨ ਦੇ ਵਿੱਚ ਇੰਨੀ ਗਰਮੀ ਨਹੀਂ ਸੀ ਪਈ ਜਿੰਨੀ ਹੁਣ ਪਈ ਆ। ਪੋਰਟ ਹਾਰਡੀ ਏਰੀਆ ਇਸੇ ਤਰ੍ਹਾਂ ਉੱਥੇ 24 ਡਿਗਰੀ ਹੋ ਗਿਆ।
ਪਹਿਲਾਂ 23.9 ਹੋਇਆ ਸੀ ਪਿਛਲੇ ਸਾਲ 2021 ਦੇ ਵਿੱਚ। ਹੋਰ ਬਹੁਤ ਸਾਰੇ ਏਰੀਏ ਨੇ ਜਿੱਥੇ ਜਿਹੜੇ ਸਪਾਰਵੁੱਡ ਏਰੀਆ ਆ ਉੱਥੇ ਨਵਾਂ ਰੈਕਡ 33.3 ਡਿਗਰੀ ਤੇ ਪੁਰਾਣਾ ਰੈਕਡ ਉੱਥੇ 32.6 ਡਿਗਰੀ ਦਾ ਸੀ 2003 ਦਾ। ਵਰਨਨ ਦੇ ਵਿੱਚ ਜਿਹੜਾ ਟੈਂਪਰੇਚਰ ਆ 37.8 ਡਿਗਰੀ ਰਿਹਾ ਤੇ ਪਹਿਲਾ ਰੈਕਡ ਉੱਥੇ 1934 ਦੇ ਵਿੱਚ 37.2 ਡਿਗਰੀ ਸੀ। ਸੋ ਵਰਨਨ ਵੀ ਸਭ ਤੋਂ ਵੱਧ ਗਰਮ ਦਿਨ ਇਹ ਉੱਥੇ ਆ ਇਹਨਾਂ ਦਿਨਾਂ ਦੇ ਵਿੱਚ ਗਰਮੀ ਪਈ ਆ 37.8 ਡਿਗਰੀ। ਸੋ ਗਰਮੀ ਦੇ ਨਾਲ ਇੱਕ ਤਰ੍ਹਾਂ ਦੀ ਹਾਹਾਕਾਰ ਮਚੀ ਆ ਤੇ ਇਨਵਾਇਰਨਮੈਂਟ ਕੈਨੇਡਾ ਵਾਰਨਿੰਗ ਇਹ ਵੀ ਦੇ ਰਿਹਾ ਆ ਕਿ ਜਿਹੜਾ ਜਦੋਂ ਆਹ ਫਰਾਈਡੇ ਤੱਕ ਟੈਂਪਰੇਚਰ ਜਿਹੜਾ ਆ ਫੋਰਕਾਸਟ ਕੀਤਾ ਜਾ ਰਿਹਾ ਕਿ ਲਗਾਤਾਰ ਆ ਵੀਕ ਦੇ ਵਿੱਚ ਇਸੇ ਤਰ੍ਹਾਂ ਰਹਿਣਾ। ਉਹਦੇ ਤੋਂ ਬਾਅਦ ਫਿਰ ਜਿਹੜਾ ਕੂਲਿੰਗ ਡਾਊਨ ਇਹਦੇ ਵਿੱਚ ਸ਼ੁਰੂ ਹੋਊਗੀ ਤੇ ਥੋੜ੍ਹਾ ਜਿਹਾ ਇਹਦੇ ਵਿੱਚ ਖਿਆਲ ਰੱਖ ਕੇ ਆਪਣੇ ਪਲਾਨਸ ਜਿਹੜੇ ਬਣਾਏ ਜਾਣ। ਪੈਟਰਨ ਜਿਹੜਾ ਅਨਐਕਸਪੈਕਟਡ ਵੇ ਦੇ ਨਾਲ ਚੇਂਜ ਹੋ ਰਿਹਾ, ਕਦੇ ਲੱਗਦਾ ਮੀਂਹ ਆ ਜਾਣਾ ਤੇ ਫਿਰ ਗਰਮੀ ਪੈਣ ਲੱਗ ਜਾਂਦੀ ਹੈ। ਗਰਮੀ ਪੈਣੀ ਪਹਿਲਾਂ ਚਾਹੀਦੀ ਸੀ, ਉਹ ਬਹੁਤ ਅੱਗੇ ਚਲੇਗੀ। ਹੁਣ ਅੱਗੇ ਕਿੰਨਾ ਕੁ ਜਾਂਦੀ ਹੈ ਇਹ ਵੀ ਸਵਾਲ ਬਹੁਤ ਵੱਡਾ ਹੈ। ਬ੍ਰਿਟਿਸ਼ ਕੋਲੰਬੀਆ ਦੇ ਕੁਛ ਇਲਾਕਿਆਂ ਦੇ ਵਿੱਚ ਇਹ ਜਿਹੜੀ ਗਰਮੀ ਆ ਇਹ ਕਾਫੀ ਜ਼ਿਆਦਾ ਪੈ ਰਹੀ ਆ। ਮੈਟਰੋ ਵੈਨਕੂਵਰ ਦੇ ਵਿੱਚ ਵੀ ਇਹ ਟੈਂਪਰੇਚਰ ਜਿਹੜਾ ਕਾਫੀ ਜ਼ਿਆਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ। ਇੰਟੀਰੀਅਰ ਦੇ ਵਿੱਚ ਅਜੇ ਵੀ ਐਕਸਪੈਕਟ ਕੀਤਾ ਜਾ ਰਿਹਾ ਕਿ ਟੈਂਪਰੇਚਰ 40 ਡਿਗਰੀ ਦੇ ਨੇੜੇ ਪਹੁੰਚ ਜਾਣਾ ਹੈ। ਸੋ ਇਸ ਹੀਟ ਵੇਵ ਦੇ ਵਿੱਚ ਜਿੰਨਾ ਬਚਾਅ ਰੱਖ ਸਕਦੇ ਹੋ ਆਪਣਾ ਉਹਨਾਂ ਬਚਾਅ ਰੱਖਿਆ ਜਾਣਾ ਚਾਹੀਦਾ। ਗੈਸ ਲਿੰਕ ਪਾਈਪਲਾਈਨ, ਕੋਸਟਲ ਗੈਸ ਲਿੰਕ ਪਾਈਪਲਾਈਨ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਕਾਰਨਾਂ ਕਰਕੇ ਚਰਚਾ ਦੇ ਵਿੱਚ ਰਹਿੰਦੀ ਆ। ਇਹ ਪ੍ਰੋਜੈਕਟ ਇਸ ਕਰਕੇ ਚਰਚਾ ਦੇ ਵਿੱਚ ਰਹਿੰਦਾ ਕਿ ਇੱਥੋਂ ਜਿਹੜੇ ਇੰਡੀਜੀਨੀਅਸ ਲੋਕ ਨੇ ਉਹ ਇਹਦਾ ਵਿਰੋਧ ਕਰਦੇ ਆ ਵੀ ਇਹ ਸਾਡੀ ਲੈਂਡ ਦੇ ਉੱਤੋਂ, ਸਾਡੀ ਟੈਰੀਟਰੀ ਦੇ ਉੱਤੋਂ ਲੰਘ ਕੇ ਜਾ ਰਹੀ ਆ। ਕਈ ਇਹਦੇ ਇਨਵਾਇਰਨਮੈਂਟ ਦੇ ਇਸ਼ੂ ਵੀ ਸਾਹਮਣੇ ਆਉਂਦੇ ਆ। ਹੁਣ ਮਹਿੰਗਾਈ ਵੱਧ ਚੁੱਕੀ ਆ, ਮਹਿੰਗਾਈ ਵੱਧ ਗਈ ਆ ਤਾਂ ਸਾਰੀਆਂ ਚੀਜ਼ਾਂ ਦੀ ਕੀਮਤ ਵੱਧ ਗਈ ਆ। ਜਦੋਂ ਸਾਰੀਆਂ ਚੀਜ਼ਾਂ ਦੀ ਕੀਮਤ ਵਧੀ ਆ ਤਾਂ ਇਸ ਵੇਲੇ ਇਹ ਪਾਈਪਲਾਈਨ ਨੂੰ ਕੰਪਲੀਟ ਹੋਣ ਲਈ ਜਿਹੜੀ ਕਾਸਟ ਲੱਗਣੀ ਆ ਉਹਦੀ ਕੀਮਤ ਵੀ ਉਹਦੀ ਜਿਹੜੀ ਕਾਸਟ ਆ ਉਹ ਦੱਸਦੇ ਆ ਕਿ 70% ਵੱਧ ਗਈ ਆ। ਸੋ 70% ਤੁਸੀਂ ਜਿਹੜਾ ਇਮੈਜਿਨ ਕਰ ਸਕਦੇ ਹੋ ਕਿ 11.2 ਬਿਲੀਅਨ ਡਾਲਰ ਆ ਜਿਹੜੀ ਹੁਣੀ ਪਿੱਛੇ ਜੇ ਜੋ ਕੁਛ ਹੋਇਆ ਤੇ ਇਹਦੀ TC ਐਨਰਜੀ ਕਾਰਪੋਰੇਸ਼ਨ ਦੇ ਨਾਲ ਤੇ ਗਰੁੱਪ ਜਿਹੜਾ ਬਿਲਡ ਕਰ ਰਿਹਾ ਲਿਕੁਇਫਾਈਡ ਨੈਚੁਰਲ ਗੈਸ ਦਾ ਟਰਮੀਨਲ ਵੈਸਟ ਕੋਸਟ ਦੇ ਵਿੱਚ, ਇਹਦੀ ਕੀਮਤ ਦਾ ਵਧਣਾ ਇੱਕ ਬਹੁਤ ਵੱਡੀ ਗੱਲ ਮੰਨੀ ਜਾ ਰਹੀ ਹੈ। ਹਾਲਾਂਕਿ ਪੂਰੀ ਟਾਈਮ ਤੇ ਹੋ ਜਾਣੀ ਪਰ ਫਿਰ ਵੀ ਇਹ ਗੱਲ ਫਿਕਰ ਵਾਲੀ ਆ। ਕੋਸਟਲ ਗੈਸ ਲਿੰਕ ਪਾਈਪਲਾਈਨ TC ਐਨਰਜੀ ਨੈਚੁਰਲ ਗੈਸ ਲਾਈਨ ਪਾਈਪਲਾਈਨ ਦੀ ਅੰਡਰ ਕੰਸਟਰਕਸ਼ਨ ਆ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੇ ਵਿੱਚ, ਜਿਹੜੀ ਡਵਾਸਨ ਕ੍ਰੀਕ ਤੋਂ ਅਲਬਰਟਾ ਦੇ ਬਾਰਡਰ ਤੋਂ ਸ਼ੁਰੂ ਹੁੰਦੀ ਆ ਤੇ ਮੁੜ ਕੇ ਸਿੱਧੀ ਜਾਂਦੀ ਆ ਇਹ ਜਿਹੜੀ ਕੈਨੇਡੀਅਨ ਰੌਕੀਜ਼ ਦੇ ਵਿੱਚੋਂ ਹੁੰਦੀ ਹੋਈ ਕਿਟੀਮੈਟ ਦੇ ਉੱਤੇ। ਕਿਟੀਮੈਟ ਦੇ ਉੱਤੋਂ ਗੈਸ ਫਿਰ ਉਹਦੇ ਤੋਂ ਬਾਅਦ ਜਿਹੜੇ ਏਸ਼ੀਆ ਨੂੰ ਜਾਣੀ ਆ ਇੱਥੋਂ ਇਹ ਗੈਸ ਗਾਂ ਜਪਾਨ ਨੂੰ ਜਾਂ ਦੂਜੇ ਚੀਨ ਨੂੰ ਜਾਂ ਦੂਜੀਆਂ ਜਿਹੜੀਆਂ ਕੰਟਰੀਜ਼ ਨੇ ਉੱਥੋਂ ਸੌਖੀ ਆ। ਪਾਈਪਲਾਈਨ ਦੇ ਰਾਹੀਂ ਡਵਾਸਨ ਕ੍ਰੀਕ ਤੋਂ ਕਿਟੀਮੈਟ ਤੱਕ ਜਾਊਗੀ, ਕਿਟੀਮੈਟ ਤੋਂ ਅੱਗੇ ਫਿਰ ਸਮੁੰਦਰ ਦੇ ਰਸਤੇ ਨੂੰ ਲੈ ਕੇ ਜਾਇਆ ਜਾਊਗਾ ਉਹਨਾਂ ਬਾਕੀ ਏਸ਼ੀਅਨ ਕੰਟਰੀਜ਼ ਤੱਕ। ਸੋ ਇਹ ਹਮੇਸ਼ਾ ਹੀ ਰੌਲੇ ਦੇ ਵਿੱਚ ਰਹੀ ਹੈ। ਜਿਹੜੇ ਫਸਟ ਨੇਸ਼ਨ ਲੋਕ ਸੀਗੇ ਇੱਥੇ ਉਹਨਾਂ ਦੀ ਟ੍ਰੈਡੀਸ਼ਨਲ ਲੈਂਡ ਦੇ ਉੱਤੇ ਜਾਂਦੀ ਆ ਤੇ ਬਹੁਤੀ ਉਹ ਜਿਹੜੀ ਟ੍ਰੈਡੀਸ਼ਨਲ ਲੈਂਡ ਆ ਉਹ ਅਨਸੀਡਡ ਲੈਂਡ ਦੇ ਉੱਤੇ ਆ। ਕੰਟਰੋਵਰਸੀ ਹੋਈ ਸੀ ਇਸ ਪ੍ਰੋਜੈਕਟ ਦੇ ਉੱਤੇ ਜਿਹਦੇ ਨਾਲ ਰੌਲਾ ਰੱਪਾ ਪਿਆ ਸੀ। ਜਿਹੜੀ ਲੀਡਰਸ਼ਿਪ ਉਹਨਾਂ ਦੀ ਸੀਗੀ, ਫਸਟ ਨੇਸ਼ਨ ਵਾਲੇ ਲੀਡਰ ਸੀਗੇ, ਕੁਝ ਬੈਂਡ ਸੀਗੇ, ਉਹਨਾਂ ਨੇ 1876 ਦੇ ਵਿੱਚ ਇੰਡੀਅਨ ਐਕਟ ਬਣਾਇਆ ਸੀ ਇਸ ਪ੍ਰੋਜੈਕਟ ਜਿਹਦੇ ਤਹਿਤ ਪ੍ਰੋਜੈਕਟ ਦੀ ਸਪੋਰਟ ਕੀਤੀ ਜਾ ਰਹੀ ਸੀ। ਪਰ ਕੁਝ ਜਿਹੜੇ ਉੱਥੋਂ ਦੇ ਲੋਕ ਹੈਗੇ ਆ ਉਹ ਇਹਦਾ ਜਿਵੇਂ ਵੈਸਟਰਨ ਆ ਉਹ ਇਹਦੀ ਅਪੋਜੀਸ਼ਨ ਲਗਾਤਾਰ ਕਰਦੇ ਰਹੇ ਆ ਇਕੋਲੋਜੀਕਲ ਗਰਾਊਂਡਸ ਦੇ ਉੱਤੇ ਤੇ ਬੜਾ ਫਿਰ ਉਹ ਪ੍ਰੋਟੈਸਟ ਹੋਏ, ਉੱਥੇ ਲੋਕਾਂ ਦਾ ਵਿਰੋਧ ਵੀ ਹੋਇਆ। ਉਹ ਇਹਨੂੰ ਫਿਰ ਜ਼ਬਰਦਸਤੀ ਉੱਥੋਂ ਤੋਰਿਆ ਵੀ ਗਿਆ। BC ਸੁਪਰੀਮ ਕੋਰਟ ਦੇ ਵਿੱਚ ਬਹੁਤ ਵਾਰੀ ਇਹ ਕੇਸ ਗਿਆ, RCMP ਇਹਦੇ ਵਿੱਚ ਬਹੁਤ ਵਾਰੀ ਇਨਵੋਲਵ ਹੋਈ ਆ। ਉੱਥੇ ਧਮਕੀਆਂ ਵੀ ਦਿੱਤੀਆਂ ਉਹਨਾਂ ਨੇ, ਅਰੈਸਟ ਹੋਈ ਸੀ ਉੱਥੇ। ਅਰੈਸਟ ਹੋਣ ਤੋਂ ਬਾਅਦ ਫਿਰ ਲਗਾਤਾਰ ਪ੍ਰੋਟੈਸਟ ਸ਼ੁਰੂ ਹੋ ਗਏ ਸੀ ਪੂਰੇ ਕੈਨੇਡਾ ਦੇ ਵਿੱਚ। ਤੁਹਾਨੂੰ ਯਾਦ ਹੋਊਗਾ ਜਿਹੜਾ ਪ੍ਰੋਟੈਸਟ ਆ ਸਰਕਾਰ ਦੇ ਆਫਿਸਿਸ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਸੀ ਇਹਨਾਂ ਨੇ, ਰੇਲਵੇ ਲਾਈਨਸ ਨੂੰ ਟਾਰਗੇਟ ਕਰਨਾ ਸ਼ੁਰੂ ਕਰ ਦਿੱਤਾ ਸੀ। ਤੇ ਫਿਰ ਫਰਵਰੀ 2020 ਦੇ ਵਿੱਚ ਜਿਹੜੇ ਲੋਕ ਸੀਗੇ ਉਹਨਾਂ ਨੇ ਇਹ ਸ਼ੁਰੂ ਕੀਤਾ ਸੀ। ਅੰਟੈਰੀਓ ਦੇ ਵਿੱਚ ਉਹਨਾਂ ਨੇ ਰੇਲ ਦਾ ਇੱਕ ਸੈਗਮੈਂਟ ਰੋਕ ਦਿੱਤਾ ਸੀ, VRA ਨੂੰ ਸ਼ਟ ਡਾਊਨ ਕਰ ਦਿੱਤਾ ਸੀ। ਪੈਸੰਜਰਸ ਇਹਦੇ ਸਾਰਾ ਕੈਨੇਡੀਅਨ ਨੈਸ਼ਨਲ ਰੇਲਵੇ ਸਾਰਾ ਕੁਝ ਜਿਹੜਾ ਰੁਕ ਗਿਆ ਸੀ। ਉਹ ਸਾਰੀ ਦੀ ਸਾਰੀ ਜਿਹੜੀ ਕੰਟਰੋਵਰਸੀ ਸੀਗੀ ਇੱਕ ਪਾਸੇ, ਤੇ ਹੁਣ ਇਸ ਵੇਲੇ ਰੌਲਾ ਇਹ ਪੈ ਰਿਹਾ ਕਿ ਜਿੰਨੀ ਇਹਦੀ ਕਾਸਟ, ਜਿੰਨੀ ਇਹਦੀ ਲਾਗਤ ਆਉਣੀ ਸੀ ਉਹ ਸਾਰੀ ਦੀ ਸਾਰੀ ਲਾਗਤ ਹੁਣ ਵੱਧ ਗਈ ਹੈ। ਮਾਮਲਾ ਇਹ ਆ ਕਿ ਗਲੋਬਲ ਡਿਮਾਂਡ ਪੂਰੀ ਫੋਸਲ ਫਿਊਲ ਦੀ ਵਧੀ ਹੈ, ਗੈਸ ਦੀਆਂ ਕੀਮਤਾਂ ਹਰ ਥਾਂ ਦੇ ਉੱਤੇ ਵਧੀਆਂ ਆ। TC ਐਨਰਜੀ ਦੇ CEO ਜਿਹੜੇ ਫਰਾਂਸਿਸ ਪੋਇਰਰ ਨੇ, ਉਹਨਾਂ ਨੇ ਇਹ ਗੱਲਬਾਤ ਕਹੀ ਆ ਕਿ ਅਸੀਂ ਰਿਵਾਈਜ਼ਡ ਐਗਰੀਮੈਂਟ LNG ਕੈਨੇਡਾ ਦੇ ਨਾਲ ਕਰਾਂਗੇ ਜਿਹਦੇ ਵਿੱਚ ਸਾਰੀ ਜਿਹੜੀ ਆਊਟਸਟੈਂਡਿੰਗ ਡਿਸਪਿਊਟਸ ਹੈ ਉਹਨੂੰ ਸੈਟਲ ਕੀਤਾ ਜਾਊਗਾ। ਸੋ ਆਪਣੇ ਆਪ ਦੇ ਵਿੱਚ ਇੱਕ ਇਹਦੀ ਜਿਹੜੀ ਕੰਪਲੀਸ਼ਨ 2023 ਦੇ ਵਿੱਚ ਦੱਸਦੇ ਆ ਕਿ ਹੋਣੀ ਹੈ ਤੇ 2024 ਦੇ ਵਿੱਚ ਫਿਰ ਇੱਥੋਂ ਜਿਹੜੀਆਂ ਗੱਲਾਂ ਬਾਤਾਂ ਚੱਲਦੀਆਂ ਸੀ ਕਿ ਉਧਰ ਨੂੰ ਏਸ਼ੀਆ ਵਾਲੇ ਪਾਸੇ ਨੂੰ, ਜਾਪਾਨ ਨੂੰ ਜਾਂ
ਜਿਹੜਾ ਚੀਨ ਆ ਉਧਰਲੇ ਪਾਸੇ ਨੂੰ ਸਮੁੰਦਰ ਦੇ ਰਸਤੇ ਜਾਣੀ ਹੈ। 670 ਕਿਲੋਮੀਟਰ ਲੰਬੀ ਇਹ ਪਾਈਪਲਾਈਨ ਹੈ। ਇਹਦੇ ਵਿੱਚ ਨੈਚੁਰਲ ਗੈਸ ਜਾਣੀ ਹੈ, ਜਿਹੜੀ LNG ਆ ਉਹ ਕੈਨੇਡਾ ਦੇ ਤੋਂ ਇੱਕ ਪਾਸੇ ਤੋਂ ਲੈ ਕੇ ਇਹਦੀ ਐਕਸਪੋਰਟ ਫੈਸਿਲਿਟੀ ਕਿਟੀਮੈਟ ਜਿੱਤੋਂ ਕਿ ਅੱਗੇ ਇਹ ਜਾਣੀ ਹੈ 70% ਕੰਪਲੀਟ ਹੋ ਚੁੱਕੀ ਹੈ। ਤੇ ਹੁਣ ਕਿਉਂਕਿ ਉੱਤੇ ਸਮਾਂ ਜਿਹੜਾ ਉਹ ਜ਼ਿਆਦਾ ਆ ਚੁੱਕਾ, ਸੋ ਆ ਸ਼ੁੱਕਰਵਾਰ ਨੂੰ ਇਹਦੀ ਕੀਮਤ ਜਿਹੜੀ ਹੈ ਸਿਰਫ ਇਹਦੀ ਜਿਹੜੀ ਕਾਸਟ ਸੀਗੀ ਉਹ 6.6 ਬਿਲੀਅਨ ਡਾਲਰ ਸੀ। ਤੇ ਅੰਦਾਜ਼ਾ ਲਾ ਲਓ ਵੀ ਇਹ ਥੋੜੇ ਦਿਨਾਂ ਦੇ ਵਿੱਚ ਹੀ 70% ਇਹਦੇ ਵਿੱਚ ਵਾਧਾ ਹੋ ਗਿਆ। ਹੁਣ ਰਿਵਾਈਜ਼ ਕੀਤਾ ਜਾ ਰਿਹਾ ਇਹ ਮਤਲਬ ਪਹਿਲਾਂ 6.6 ਬਿਲੀਅਨ ਸੀ ਤੇ ਹੁਣ 11.2 ਬਿਲੀਅਨ ਡਾਲਰ ਹੋ ਗਈ ਆ। ਤੇ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਜਿਹੜਾ ਇਹਦੀ ਕਾਸਟ ਦੇ ਉੱਤੇ ਖਰਚਾ ਆਉਣਾ ਆ ਉਹ ਆ। ਪਰ ਦੂਜੇ ਪਾਸੇ ਕੁਦਰਤੀ ਤੌਰ 'ਤੇ ਇਹਦੇ ਨਾਲ ਬਹੁਤ ਵੱਡਾ ਫਾਇਦਾ ਨਾ ਸਿਰਫ ਬ੍ਰਿਟਿਸ਼ ਕੋਲੰਬੀਆ ਨੂੰ, ਪੂਰੇ ਕੈਨੇਡਾ ਨੂੰ ਹੋਣਾ ਜਦੋਂ ਇਹਨਾਂ ਦੀ ਗੈਸ ਇੱਥੋਂ ਐਕਸਪੋਰਟ ਹੋਣੀ ਹੈ ਪੂਰੇ ਏਸ਼ੀਆ ਦੇ ਵਿੱਚ। ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਲੰਘਦੀ ਇਹ ਪਾਈਪਲਾਈਨ ਜਿਹੜੀ ਆ ਆਪਣੀ ਕੰਪਲੀਸ਼ਨ ਵੱਲੋਂ ਜਾ ਰਹੀ ਹੈ। ਪੋਪ ਫਰਾਂਸਿਸ ਕੈਨੇਡਾ ਦੌਰਾ ਅੱਜ ਖਤਮ ਹੋ ਗਿਆ ਉਹਨਾਂ ਦਾ। ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਫੇਰੀ ਦੇ ਉੱਤੇ ਸੀਗੇ, ਲਗਾਤਾਰ ਚਰਚਾ ਦੇ ਵਿੱਚ ਰਹੇ ਆ। ਖਾਸ ਤੌਰ ਦੇ ਉੱਤੇ ਮਾਮਲਾ ਉਹਦੇ ਨਾਲ ਜਿਹੜਾ ਜੁੜਦਾ ਸੀ ਜਿਹੜੇ ਰੈਜ਼ੀਡੈਂਸ਼ੀਅਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਆ ਉਹਨਾਂ ਦਾ, ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਵਿੱਚ ਬੱਚਿਆਂ ਦੇ ਨਾਲ ਜੋ ਕੁਛ ਹੋਇਆ ਸੀ ਉਹਦੇ ਸੰਬੰਧੀ। ਤੇ ਹੁਣ ਇਕੁਅਲਟ ਜਿਹੜੀ ਨੂਨਾਵਟ ਪ੍ਰੋਵਿੰਸ ਦੀ ਰਾਜਧਾਨੀ ਆ ਉੱਥੋਂ ਉਹਨਾਂ ਨੇ ਇਹਨੂੰ ਅੱਜ ਖਤਮ ਕਰ ਦਿੱਤਾ ਆ। ਤੇ ਬਹੁਤ ਸਾਰੇ ਉਹਨਾਂ ਨੇ ਮਾफ़ੀ ਮੰਗੀ ਹੈ ਇੱਥੇ ਆ ਕੇ ਵੀ ਅਸੀਂ ਜੋ ਕੁਛ ਹੋਇਆ ਉਸ ਵੇਲੇ ਮਾੜਾ ਸੀ, ਅਸੀਂ ਇਹਦੇ ਲਈ ਮਾफ़ੀ ਮੰਗਦੇ। ਬਹੁਤ ਸਾਰੇ ਲੋਕ ਕਹਿੰਦੇ ਵੀ ਠੀਕ ਹੋਇਆ, ਪਹਿਲਾਂ ਵੀ ਮਾफ़ੀ ਮੰਗ ਚੁੱਕਿਆ ਉਹ, ਚਰਚ ਪਹਿਲਾਂ ਵੀ ਕਈ ਵਾਰੀ ਅਪੋਲੋਜੀ ਕਰ ਚੁੱਕਿਆ ਇਸ ਮਾਮਲੇ ਦੇ ਵਿੱਚ। ਹੁਣ ਉਹਨਾਂ ਨੇ ਫਿਰ ਇਹ ਕਹਿੰਦੇ ਸੀ ਵੀ ਉਹ ਜਿਹੜੇ ਸਰਵਾਈਵਲ ਸੀਗੇ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲਾਂ ਦੇ, ਉਹ ਕਹਿੰਦੇ ਸੀ ਵੀ ਪੋਪ ਫਰਾਂਸਿਸ ਇੱਥੇ ਕੈਨੇਡਾ ਆ ਕੇ ਇੱਥੇ ਆ ਕੇ ਮਾफ़ੀ ਮੰਗਣ। ਚਲੋ ਇੱਥੇ ਆ ਕੇ ਉਹਨਾਂ ਨੇ ਇੱਥੇ ਆ ਕੇ ਵੀ ਮਾफ़ੀ ਮੰਗ ਲਈ, ਪਰ ਕੁਛ ਲੋਕ ਕਹਿੰਦੇ ਵੀ ਇਹ ਗੱਲ ਸਿਰਫ ਸ਼ਬਦਾਂ ਦੇ ਵਿੱਚ ਹੀ ਰਹਿ ਗਈ ਆ, ਬਹੁਤਾ ਕੁਛ ਇਹਦੇ ਨਾਲ ਹੋਣਾ ਨਹੀਂ ਆ। ਰੈਜ਼ੀਡੈਂਸ਼ੀਅਲ ਸਕੂਲ ਸਰਵਾਈਵਰ ਉਹਨਾਂ ਨੂੰ ਦੇਖਣ ਦੇ ਲਈ ਵੀ ਇਕੱਠੇ ਹੋਏ ਆ। ਇਨੋਵੇਟ ਨੂਨਾਵਟ ਦੀ ਰਾਜਧਾਨੀ ਤੇ ਉੱਥੇ ਪਹਿਲੀ ਵਾਰ ਆ ਕੇ ਇੱਦਾਂ ਕਿਸੇ ਨੇ ਇੱਧਰਲੇ ਪਾਸੇ ਦੌਰਾ ਕੀਤਾ ਹੋਵੇ। ਬੜਾ ਇਹਨਾਂ ਦਾ ਵੀ ਜਿਹੜਾ ਇਸ ਧਰਮ ਦੇ ਨਾਲ ਬਹੁਤ ਨੇੜਿਓਂ ਸੰਬੰਧ ਰਿਹਾ ਨੂਨਾਵਟ ਦਾ, ਕਈ ਇਹਨਾਂ ਦੇ ਰਿਲੇਸ਼ਨ ਇਹਨਾਂ ਦੇ ਵਿੱਚ ਜਿਹੜੇ ਆਪਸ ਦੇ ਵਿੱਚ ਉਸ ਕਿਸਮ ਦੇ ਹੋਏ ਆ। ਬਹੁਤੇ ਲੋਕ ਜਿਹੜੇ ਮੂਲ ਨਿਵਾਸੀ ਸੀਗੇ ਉਹ ਕਹਿੰਦੇ ਵੀ ਅਸੀਂ ਇਸ ਦਿਨ ਦੀ ਉਡੀਕ ਕਰਦੇ ਸੀ ਕਿ ਜਦੋਂ ਇਸ ਤਰੀਕੇ ਦੇ ਨਾਲ ਮਾफ़ੀ ਮੰਗੀ ਜਾਵੇ, ਪਰ ਕੁਛ ਲੋਕ ਕਹਿੰਦੇ ਆ ਵੀ ਇਹ ਜਿਹੜਾ ਉਸ ਤਰੀਕੇ ਦੇ ਨਾਲ ਨਹੀਂ ਆ, ਇੰਨੇ ਸਮੇਂ ਬਾਅਦ ਸਿਰਫ ਇਹ ਕਹਿ ਦੇਣਾ ਇਹ ਨਹੀਂ ਆ। ਤੇ ਕੁਛ ਲੋਕ ਇਹ ਕਹਿੰਦੇ ਸੀ ਕਿ ਇਹ ਜਲਦੀ ਤੋਂ ਜਲਦੀ ਜਿਹੜਾ ਹੋਣਾ ਚਾਹੀਦਾ ਤੇ ਬਹੁਤ ਵੱਡੀ ਇਹ ਹੈਗੀ ਹੈ। ਜਿਹੜੇ ਪੋਪ ਨੇ ਉਹ ਵੀ ਇਹਨੂੰ ਆਪਣੀ ਇੱਕ ਤਰ੍ਹਾਂ ਦੀ ਪ੍ਰਾਸ਼ਚਿਤ ਯਾਤਰਾ ਹੀ ਕਹਿ ਰਹੇ ਆ, ਜਦੋਂ ਅਸੀਂ ਪਾਸ਼ਚਾਤਾਪ ਕਰਨ ਆਏ ਹਾਂ ਕਿਸੇ ਚੀਜ਼ ਦਾ, ਵੀ ਇਹ ਮੇਰੀ ਜਿਹੜੀ ਕੈਨੇਡਾ ਦੀ ਫੇਰੀ ਹੈ ਉਹ ਆ ਕਿ ਜੋ ਕੁਛ ਉੱਥੇ ਪਹਿਲਾਂ ਇੱਥੇ ਲੰਬਾ ਸਮਾਂ ਹੁੰਦਾ ਰਿਹਾ, ਰੈਜ਼ੀਡੈਂਸ਼ੀਅਲ ਸਕੂਲ ਪ੍ਰਣਾਲੀ ਦੀਆਂ ਜਿਹੜੀਆਂ ਪਾਲਿਸੀ ਸੀਗੀਆਂ ਉਹਦੇ ਲਈ ਮੂਲ ਨਿਵਾਸੀਆਂ ਤੋਂ ਉਹਨੇ ਸਿੱਧੇ ਤੌਰ 'ਤੇ ਮਾफ़ੀ ਮੰਗੀ ਹੈ। ਅਸੀਂ ਬਹੁਤ ਵਾਰੀ ਇਸ ਗੱਲ ਦਾ ਜ਼ਿਕਰ ਕਰ ਚੁੱਕੇ ਹਾਂ ਕਿ ਦਰਅਸਲ ਬੱਚਿਆਂ ਨੂੰ, ਮੂਲ ਨਿਵਾਸੀਆਂ ਦੇ ਬੱਚਿਆਂ ਨੂੰ ਘਰਾਂ ਤੋਂ ਜ਼ਬਰਦਸਤੀ ਚੁੱਕ ਕੇ ਇਹਨਾਂ ਸਕੂਲਾਂ ਨੂੰ, ਜਿਨ੍ਹਾਂ ਨੂੰ ਰੈਜ਼ੀਡੈਂਸ਼ੀਅਲ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਕਿਹਾ ਜਾਂਦਾ ਸੀ, ਉਹਨਾਂ ਦੇ ਵਿੱਚ ਪਾਇਆ ਜਾਂਦਾ ਸੀ। ਇਹਨਾਂ ਦੇ ਵਿੱਚ ਪਾ ਕੇ ਉਹਨਾਂ ਨੂੰ ਫਿਰ ਉਹਨਾਂ ਦੀ ਭਾਸ਼ਾ ਸਾਰਾ ਕੁਝ ਭੁਲਾ ਦਿੱਤਾ ਜਾਂਦਾ ਸੀ, ਜ਼ੁਲਮ ਕੀਤਾ ਜਾਂਦਾ ਸੀ, ਸੈਕਸੁਅਲੀ ਅਬਿਊਜ਼ ਕੀਤਾ ਜਾਂਦਾ ਸੀ, ਇੱਥੋਂ ਤੱਕ ਕਿ ਉਹਨਾਂ 'ਤੇ ਨਿਊਟ੍ਰੀਸ਼ਨਲ ਐਕਸਪੈਰੀਮੈਂਟ ਕੀਤੇ ਜਾਂਦੇ ਸੀ। ਜਿੱਦਾਂ ਜਾਨਵਰਾਂ 'ਤੇ ਐਕਸਪੈਰੀਮੈਂਟ ਕੀਤੇ ਜਾਂਦੇ ਆ ਕਿ ਇਹਨੂੰ ਆਹ ਖਿਲਾ ਕੇ ਦੇਖ ਲਓ ਇਹਦਾ ਕੀ ਅਸਰ ਹੁੰਦਾ, ਆਹ ਖਿਲਾ ਕੇ ਦੇਖ ਲਓ ਇਹਦਾ ਕੀ ਅਸਰ ਹੁੰਦਾ। ਨਿਊਟ੍ਰੀਸ਼ਨ ਦੇ ਐਕਸਪੈਰੀਮੈਂਟ ਇਹਨਾਂ ਬੱਚਿਆਂ ਦੇ ਉੱਤੇ ਕੀਤੇ ਜਾਂਦੇ ਰਹੇ ਆ। ਲੋਕ ਮਹਿਸੂਸ ਕਰਦੇ ਸੀ ਕਿ ਇਹ ਕੈਨੇਡਾ ਦੇ ਇਤਿਹਾਸ ਦਾ ਇੱਕ ਬਹੁਤ ਕਾਲਾ ਪੰਨਾ ਆ, ਇਹਦੇ ਸੰਬੰਧੀ ਮਾਫ਼ੀ ਮੰਗੀ ਜਾਣੀ ਚਾਹੀਦੀ ਆ। ਤੇ ਇੱਥੇ ਉਹਨਾਂ ਨੇ ਆ ਕੇ ਫਿਰ ਮਾਫ਼ੀ ਮੰਗੀ ਆ। ਇਸੇ ਤਰ੍ਹਾਂ ਅਲਬਰਟਾ ਦੇ ਵਿੱਚ ਜਿਹੜਾ ਮਾਸਕਵੈਸਿਸ ਦੇ ਉੱਤੇ ਹਜ਼ਾਰਾਂ ਲੋਕਾਂ ਦਾ ਇਕੱਠ ਹੋਇਆ ਸੀ, ਜਿੱਥੇ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਉਹ ਲੋਕ ਵੀ ਸ਼ਾਮਲ ਹੋਏ ਸੀ। ਤੇ ਕਲੀਅਰ ਕੱਟ ਮਤਲਬ ਉੱਥੇ ਪੋਪ ਨੇ ਕਿਹਾ ਸੀ ਕਿ ਇਹ ਕਿਉਂਕਿ ਬਹੁਤ ਇਹਦੇ ਨਾਲ ਮਾੜੀਆਂ ਮੈਮੋਰੀਜ਼ ਜੁੜੀਆਂ ਆ, ਤੇ ਉਹ ਕਹਿੰਦੇ ਸੀ ਮੈਂ ਇਹ ਇੱਕ ਤਰੀਕੇ ਦੇ ਨਾਲ ਜਿਹੜੀ ਪਾਸ਼ਚਾਤਾਪ, ਜਿਵੇਂ ਕੋਈ ਬੰਦਾ ਕਿਸੇ ਤੀਰਥ ਯਾਤਰਾ ਦੇ ਉੱਤੇ ਗਿਆ ਹੁੰਦਾ, ਉਹ ਕਹਿੰਦੇ ਮੈਂ ਇਹ ਇੱਥੇ ਕਰਨ ਆਇਆ ਸੀ। ਉਹਨਾਂ ਨੇ ਮਾਫ਼ੀ ਮੰਗੀ ਸੀ ਕਿ ਸਿੱਧਾ ਸਾਫ਼ ਤੌਰ ਦੇ ਉੱਤੇ ਕਿਹਾ ਸੀ ਕਿ ਰੈਜ਼ੀਡੈਂਸ਼ੀਅਲ ਸਕੂਲਾਂ ਦੇ ਇਸ ਜ਼ੁਲਮ ਦੇ ਵਿੱਚ ਜਿਹੜਾ ਚਰਚ ਦੀ ਭੂਮਿਕਾ ਸੀ, ਚਰਚ ਨੇ ਜਿਹੜਾ ਰੋਲ ਇਨਵੋਲਵ ਕੀਤਾ, ਉਹਦੇ ਲਈ ਉਹ ਕਹਿੰਦੇ ਅਸੀਂ ਮਾਫ਼ੀ ਮੰਗਦੇ ਹਾਂ। ਕੁਦਰਤੀ ਤੌਰ 'ਤੇ ਇਹ 19ਵੀਂ ਸਦੀ ਦੇ ਆਖਰ ਤੋਂ ਲੈ ਕੇ 20ਵੀਂ ਸਦੀ ਦੇ ਆਖਰ ਤੱਕ ਚੱਲਦੇ ਰਹੇ ਆ ਸਕੂਲ, ਤੇ ਇਹਨਾਂ ਦੇ ਵਿੱਚ ਸਰਕਾਰ ਸਿੱਧੀ ਉਸ ਵੇਲੇ ਦੀ ਇਨਵੋਲਵ ਸੀ, ਚਰਚ ਉਸ ਵੇਲੇ ਦਾ ਸਿੱਧਾ ਇਨਵੋਲਵ ਸੀ। ਤੇ ਹੁਣ ਸਾਫ਼ ਤੌਰ ਦੇ ਉੱਤੇ ਇਹ ਜਿਹੜੀ ਯਾਤਰਾ ਆ ਖਤਮ ਹੋ ਗਈ ਆ ਤੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਮੁਆਫ਼ੀ ਮੰਗ ਲਈ ਆ। ਤੇ ਇਹਦੇ ਉੱਤੇ ਪਰ ਫਿਰ ਵੀ ਚਰਚਾ ਜੇ ਇਸੇ ਤਰੀਕੇ ਨਾਲ ਚੱਲ ਰਹੀ ਆ ਕਿ ਲੋਕ ਉਸ ਮਾਫ਼ੀ ਤੋਂ ਸੰਤੁਸ਼ਟ ਨੇ ਜਾਂ ਨਹੀਂ। ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਇੱਕ ਪੱਬ ਆ,
उस पब के उत्ते साडे प्राइम मिनिस्टर जस्टिन ट्रूडो गए आ। उत्थे जाके उन्होंने उदों दे मालकां दे नाल कुछ फोटो सोशल मीडिया के उत्ते पब वालियां ने पा दित्तियां। मामला सिर्फ इन्ना सी कि इत्थे जाके जिहड़े प्राइम मिनिस्टर ने वो इन्हां दी हैल्प करना चाहुंदे सी कि जिहड़े स्मॉल बिजनेसिस ने इन्हां दी किसी ना किसी तरीके दे नाल हैल्प कीती जावे। लोन ओक चार्ल टाउन दे विच इह पब सीगा ते उत्थे उन्होंने बैठ के साडे मानयोग प्रधानमंत्री जस्टिन ट्रूडो ने लंच किया। छोटा जिहा स्टॉप सीगा, वो आईलैंड आ, एक आईलैंड के उत्ते पिछले हफ्ते की यह गल आ। हुण क्योंकि प्रधानमंत्री तुहाडे रेस्टोरेंट के उत्ते आ रहा तो तुसीं उन्हां दे नाल फोटो खिचोगे स्टाफ के नाल ते होर सारा कोई उन्होंने स्टाफ ने कस्टमर्स ने उत्ते जिन्ने लोग सीगे उन्होंने फोटो लईआं ते फोटो लैके सोशल मीडिया के उत्ते जिहड़ा उन्हां दा अपना पब दा सोशल मीडिया सीगा उहदे उत्ते पा दित्तियां। हुण होया कि उहदे थल्ले लोकां ने कमेंट करने शुरू कर दित्ते। उत्थों हालांकि काफ़ी लिबरल नूं सपोर्ट मिलती है, उस इलाके दे विचों 2-3 मैंबर पार्लीमेंट तो उत्थों नेड़े तेड़े ही ने। जिस तरह जैड मर्फी को ओनर ने उत्थों दे CEO दे ने उहदे लोन ओक ब्रूइंग कंपनी दे उस थां दे उत्ते जदों उन्हां दे पब दे विच प्राइम मिनिस्टर आउंदे आ तां उहदे तो बाद सोशल मीडिया ते पैंदा आ तां हज़ारां ही कमेंट थल्ले आउणे शुरू हो जांदे आ जिहड़े कि बड़े भद्दे आ, बड़े माड़े आ। उन्होंने फोन आने शुरू हो जाते, उन्होंने परसनल मैसेज आने शुरू हो जाते, उन्होंने ईमेल आनियां शुरू हो जांदियां कि तुसीं ये बहुत गलत कर रहे हैं। ਜਿਹੜੇ 4 ਉੱਥੇ ਮੈਂਬਰ ਪਾਰਲੀਮੈਂਟ ਨੇ ਉੱਥੇ ਦੇ ਪ੍ਰਿੰਸ ਐਡਵਰਡ ਆਈਲੈਂਡ ਦੇ, ਉਹਨਾਂ ਦੇ ਵਿੱਚੋਂ 3 ਉੱਥੇ ਸੀਗੇ ਜਿਨ੍ਹਾਂ ਦੇ ਵਿੱਚ ਚਾਰਲਟਨ ਦੇ MP ਸ਼ੇਨ ਕੇਜ਼ੀ ਸੀਗੇ। ਇਸੇ ਤਰ੍ਹਾਂ ਦੂਜੇ ਮੈਂਬਰ ਪਾਰਲੀਮੈਂਟ ਉੱਥੋਂ ਦੇ ਹੀਥ ਮੈਕਡੋਨਲਡ ਸੀਗੇ ਤੇ ਇਸੇ ਤਰ੍ਹਾਂ ਹੀ ਕਾਰਡੀਗਨ ਦੇ ਮੈਂਬਰ ਪਾਰਲੀਮੈਂਟ ਲਾਰੈਂਸ ਮੈਕੌਲੇ ਸੀਗੇ। ਹੁਣ ਉਹ ਪੱਬ ਦੇ ਵਿੱਚ ਉੱਥੇ ਪਹੁੰਚੇ ਆ, ਕੁਛ ਉਹਨਾਂ ਨੇ ਫੋਟੋ ਲਈਆਂ ਪ੍ਰਾਈਮ ਮਿਨਿਸਟਰ ਦੇ ਨਾਲ ਤੇ ਕੁਛ ਘੰਟਿਆਂ ਦੇ ਵਿੱਚ ਹੀ ਹਜ਼ਾਰਾਂ ਹੀ ਕਮੈਂਟ ਉੱਥੇ ਆ ਗਏ ਤੇ ਅਲਟੀਮੇਟਲੀ ਹੋਇਆ ਇਹ ਕਿ ਉਸ ਪੱਬ ਵਾਲਿਆਂ ਨੂੰ ਆਪਣੀਆਂ ਪ੍ਰਧਾਨ ਮੰਤਰੀ ਦੇ ਨਾਲ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ ਫੋਟੋ ਹਟਾਉਣੀਆਂ ਪਈਆਂ ਕਿ ਜਿਹੜੇ ਐਕਸਟ੍ਰੀਮਲੀ ਨੈਗੇਟਿਵ ਅਸ਼ਲੀਲ ਕਮੈਂਟ, ਜਿਹੜੇ ਵਲਗਰ ਕਮੈਂਟ ਸੀਗੇ ਉਹ ਉਹਦੇ ਉੱਤੇ ਮਤਲਬ ਜਿਹੜਾ ਸੈਕਸੁਅਲਾਈਜ਼ ਕਰ ਰਿਹਾ ਸੀ ਉਹਨਾਂ ਦੇ ਸਟਾਫ ਨੂੰ ਵੀ। ਇੱਥੇ ਤੱਕ ਉਹ ਕਹਿੰਦੇ ਸਾਨੂੰ ਕਮੈਂਟ ਆਏ ਆ। ਇੱਕ ਧਿਰ ਆ ਜਿਹੜੀ ਇਸ ਤਰ੍ਹਾਂ ਕਰਦੀ ਆ ਸੋਸ਼ਲ ਮੀਡੀਆ ਦੇ ਉੱਤੇ ਤੇ ਉਹ ਕਹਿੰਦੇ ਇਹ ਬਹੁਤ ਇੱਕ ਜਿਹੜੇ ਐਕਸਟ੍ਰੀਮ ਸੱਜੇ ਪੱਖੀ ਫਾਰ ਰਾਈਟ ਐਕਸਟ੍ਰੀਮਿਸਟ ਨੇ, ਉਸ ਗਰੁੱਪ ਦਾ ਇਹ ਕੰਮ ਆ ਕਿ ਉਹ ਜਾਣਬੁੱਝ ਕੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਟਾਰਗੇਟ ਕਰਦੇ ਆ। ਤੇ ਇਹਦੇ ਤੋਂ ਬਾਅਦ ਉਹ ਕਹਿੰਦੇ ਸਾਨੂੰ ਇਹਨੂੰ ਹਟਾਉਣਾ ਪਿਆ। ਹਾਲਾਂਕਿ ਉਹ ਕਹਿੰਦੇ ਅਸੀਂ ਇੱਦਾਂ ਡਰਦੇ ਨਹੀਂ ਵੀ ਕੋਈ ਵੀ ਸੀ ਕਿਸੇ ਸਾਡੇ ਇਲੈਕਟਡ ਅਫੀਸ਼ੀਅਲ ਨੂੰ ਇੱਥੇ ਸੱਦਣਾ ਨਹੀਂ ਜਾਂ ਉਹਦੇ ਤੋਂ ਬਾਅਦ ਅਸੀਂ ਹਟ ਜਾਣਾ ਇਸ ਕੰਮ ਤੋਂ। ਪਰ ਉਹ ਕਹਿੰਦੇ ਵੀ ਹਾਲਤ ਇਹਨਾਂ ਨੇ ਬਹੁਤ ਮਾੜੀ ਕੀਤੀ ਹੈ, ਲੋਕਾਂ ਨੇ ਕੌਣ ਆ ਹੁਕਮੈਂਟ ਕਰਨ ਵਾਲੇ ਕੀ ਨੇ। ਤੇ ਉਹ ਕਹਿੰਦੇ ਅਸੀਂ ਮਤਲਬ ਹੁਣ ਹੋਇਆ ਕੀ ਕਿ ਉਹ ਬੈਕਫਾਇਰ ਹੋ ਗਿਆ। ਪ੍ਰਧਾਨ ਮੰਤਰੀ ਤਾਂ ਉੱਥੇ ਗਏ ਸੀਗੇ ਵੀ ਇਹ ਜਿਹੜੇ ਸਮਾਲ ਬਿਜ਼ਨਸ ਨੇ ਇਹਨਾਂ ਦਾ ਫਾਇਦਾ ਹੋਵੇ, ਪਰ ਐਕਸਟ੍ਰੀਮਲੀ ਅਨਫੋਰਚੂਨੇਟ ਹੋ ਗਿਆ ਕਿ ਉਹ ਸਾਰਾ ਕੁਛ ਉਲਟ ਹੋ ਗਿਆ ਉਹਨਾਂ ਦਾ। ਔਰ ਬਾਕੀ ਥਾਵਾਂ ਦੇ ਉੱਤੇ ਵੀ ਪਹਿਲੀ ਵਾਰ ਇਹ ਅਟਲਾਂਟਿਕ ਕੈਨੇਡਾ ਦੇ ਵਿੱਚ ਇਸ ਤਰੀਕੇ ਦੇ ਨਾਲ ਹੋਇਆ ਸੀ। ਤੇ ਉਹ ਕਹਿੰਦੇ ਆਈਡੀਆ ਸੀਗਾ ਕਿ ਜਸਟਿਨ ਟਰੂਡੋ ਨੂੰ ਉੱਥੋਂ ਲੰਚ ਕਰਾਇਆ ਜਾਵੇ ਤੇ ਪਰ ਉਹ ਮੈਂਬਰ ਪਾਰਲੀਮੈਂਟ ਵੀ ਕਹਿ ਰਿਹਾ ਕਿ ਸਾਨੂੰ ਆਪਣੇ ਆਪ ਦੇ ਵਿੱਚ ਬਹੁਤ ਮਾੜਾ ਮਹਿਸੂਸ ਹੋ ਰਿਹਾ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਕਿਸੇ ਬਿਜ਼ਨਸ ਦੇ ਉੱਤੇ ਲੈ ਕੇ ਜਾਂਦੇ ਹਾਂ, ਕਿਸੇ ਰੈਸਟੋਰੈਂਟ ਦੇ ਉੱਤੇ ਲੈ ਕੇ ਜਾਂਦੇ ਹਾਂ ਤੇ ਉੱਥੇ ਜਿਹੜਾ ਹਾਲ ਆ ਲੋਕ ਕਮੈਂਟ ਕਰਕੇ ਥੱਲੇ ਜਿਹੜੇ ਪ੍ਰਧਾਨ ਮੰਤਰੀ ਦੇ ਖਿਲਾਫ ਨੇ ਤੇ ਸਮੇਤ ਉਸ ਬਿਜ਼ਨਸ ਦੇ ਕੰਮ ਕਰ ਦਿੰਦੇ ਆ। ਤੇ ਹਾਲਾਂਕਿ ਇਹਦੇ ਵਿੱਚ ਉਹ ਕਹਿੰਦੇ ਕੁਛ ਵੀ ਪੋਲੀਟੀਕਲ ਨਹੀਂ ਆ, ਪਰ ਇੱਕ ਜਿਹੜੇ ਉਹਨਾਂ ਦੇ ਮੈਂਬਰ ਪਾਰਲੀਮੈਂਟ ਮੈਕਡੋਨਲਡ ਨੇ ਉਹ ਕਹਿੰਦੇ ਵੀ ਰਾਈਟ ਵਿੰਗ ਐਕਸਟ੍ਰੀਮਿਜ਼ਮ ਇਸ ਸਾਰੇ ਕੁਛ ਦੇ ਲਈ ਜ਼ਿੰਮੇਵਾਰ ਆ। ਇੱਕ ਖਾਸ ਤੌਰ ਦੇ ਉੱਤੇ ਕੈਂਪੇਨਿੰਗ ਕੀਤੀ ਗਈ ਹੈ, ਇਹਦੇ ਲਈ ਟਾਰਗੇਟ ਕੀਤਾ ਗਿਆ ਆ। ਤੇ ਉਹ ਕਹਿੰਦੇ ਕਿ ਅਸੀਂ ਥੋੜ੍ਹਾ ਜਿਹਾ ਮਤਲਬ ਪੱਬ ਦੀ ਰੇਟਿੰਗ ਜਿਹੜੀ ਉਹਨੂੰ ਵੀ ਤਾਂ ਫਰਕ ਪੈਂਦਾ ਆ। ਉਹਦੇ ਲਈ ਉਹ ਕਹਿੰਦੇ ਅਸੀਂ ਚਿੰਤਤ ਵੀ ਹਾਂ ਕਿ ਅਸੀਂ ਇਹਨਾਂ ਦਾ ਭਲਾ ਕਰਨ ਦੇ ਲਈ ਇੱਥੇ ਲੈ ਕੇ ਗਏ ਸੀ ਤੇ ਉਲਟਾ ਉਹਨਾਂ ਦਾ ਇਹਦੇ ਨਾਲ ਨੁਕਸਾਨ ਹੋ ਗਿਆ। ਤੇ ਪਰ ਉਹ ਜਿਹੜੇ ਮਾਲਕ ਉਹ ਕਹਿੰਦੇ ਕਿ ਅਸੀਂ ਫੇਰ ਵੀ ਆਪਣਾ ਬਿਜ਼ਨਸ ਕਿਸੇ ਵੀ ਇਲੈਕਟਡ ਅਫੀਸ਼ੀਅਲ ਦੇ ਲਈ ਓਪਨ ਕਰਦੇ ਹਾਂ, ਵੀ ਇੱਦਾਂ ਨਹੀਂ ਕਿ ਅਸੀਂ ਹੁਣ ਬੰਦ ਕਰ ਦਾਂਗੇ ਕਿ ਇੱਥੇ ਸਾਡੇ ਆਉਣ ਨਾ। ਪਰ ਇਹ ਵੀ ਦੂਜੀ ਹਾਲਤ ਆ ਵੀ ਉਹਨਾਂ ਨੂੰ ਪ੍ਰਧਾਨ ਮੰਤਰੀ ਦੀਆਂ ਫੋਟੋ ਉੱਥੋਂ ਉਤਾਰਨੀਆਂ ਪੈ ਗਈਆਂ ਤੇ ਜੇ ਕੋਈ ਹੋਰ ਮੈਂਬਰ ਪਾਰਲੀਮੈਂਟ ਜਾਂ ਕਿਸੇ ਹੋਰ ਨੂੰ ਆਪਣੇ ਪੱਬ ਦੇ ਵਿੱਚ ਸੱਦ ਕੇ ਉੱਥੋਂ ਲੰਚ ਕਰਾਉਂਦੇ ਆ ਤਾਂ ਫਿਰ ਉੱਥੇ ਹਾਲਤ ਕੀ ਹੋਊਗੀ। ਸੋ ਕਿਸੇ ਵੀ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਅਫੀਸ਼ੀਅਲ ਉੱਥੇ ਜਾ ਸਕਦੇ ਆ, ਪਰ ਉਹਦੇ ਨਾਲ ਨਾਲ ਹੁਣ ਸੋਸ਼ਲ ਮੀਡੀਆ ਦੇ ਉੱਤੇ ਪਤਾ ਨਹੀਂ ਇਹ ਥੋੜ੍ਹੇ ਲੋਕ ਹੁੰਦੇ ਆ ਉਹੀ ਕਮੈਂਟ ਕਰੀ ਜਾਂਦੇ ਆ ਜਾਂ ਕੌਣ ਆ। ਪਰ ਮਾਨਯੋਗ ਪ੍ਰਧਾਨ ਮੰਤਰੀ ਦੀ ਉਹਨਾਂ ਨੇ ਜਿਹੜੀ ਬਹੁਤ ਮਾੜੇ ਕਮੈਂਟ ਕਰਕੇ ਉਹਨਾਂ ਲੋਕਾਂ ਨੂੰ ਪ੍ਰਧਾਨ ਮੰਤਰੀ ਦੇ ਨਾਲ ਆਪਣੀਆਂ ਪਾਈਆਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਫੋਟੋ ਲਾਉਣੀਆਂ ਪੈ ਗਈਆਂ। ਘਰਾਂ ਦੀ ਮਾਰਕੀਟ ਹਮੇਸ਼ਾ ਚਰਚਾ ਦੇ ਵਿੱਚ ਰਹਿੰਦੀ ਹੈ, ਖਾਸ ਕਰ ਕੈਨੇਡਾ ਦੇ 2 ਹਿੱਸੇ, ਇੱਕ ਪਾਸੇ ਵੈਨਕੂਵਰ ਤੇ ਦੂਜੇ ਪਾਸੇ ਟੋਰਾਂਟੋ। ਇੱਥੇ ਕਹਿੰਦੇ ਘਰ ਲੈਣਾ ਬਹੁਤ ਔਖਾ।
ਵੀ ਜਿਸ ਬੰਦੇ ਨੇ ਨਵਾਂ ਲਾਈਫ ਸ਼ੁਰੂ ਕਰਨੀ ਹੈ ਇੱਥੇ ਰਹਿ ਕੇ ਨਹੀਂ ਕੀਤੀ ਜਾ ਸਕਦੀ, ਵੀ ਮਿਨੀਮਮ ਵੇਜਸ ਦੇ ਉੱਤੇ ਕੰਮ ਕਰਕੇ ਬੰਦੇ ਦੀ ਕਮਾਈ ਦੇ ਨਾਲ ਤਾਂ ਕਿਰਾਇਆ ਨਹੀਂ ਇੱਥੇ ਦਿੱਤਾ ਜਾ ਸਕਦਾ, ਤੇ ਘਰ ਕਿੱਥੋਂ ਲਿਆ ਜਾਣਾ। ਹੁਣ ਇੰਟਰਸਟ ਰੇਟ ਵਧਿਆ ਪਿਛਲੇ ਸਮੇਂ ਦੇ ਵਿੱਚ, ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਵਧਾਏ ਆ। ਇੰਟਰਸਟ ਰੇਟ ਵਧਾਉਣ ਦੇ ਨਾਲ ਦੱਸਦੇ ਆ ਕਿ ਕੁਛ ਕਰੈਕਸ਼ਨ ਘਰਾਂ ਦੀ ਮਾਰਕੀਟ ਦੇ ਵਿੱਚ ਹੋਈ ਆ, ਪਰ ਲੋਕਾਂ ਦੇ ਆਪਣੇ ਅੰਦਾਜ਼ੇ ਆ। ਕੁਛ ਤਾਂ ਕਹਿੰਦੇ ਵੀ ਜਿਹੜਾ 2 ਮਿਲੀਅਨ ਵਾਲਾ ਸੀਗਾ ਉਹ 1 ਮਿਲੀਅਨ ਦਾ ਰਹਿ ਗਿਆ, ਅੱਧੋ ਅੱਧੀ ਦਾ ਫਰਕ ਪੈ ਗਿਆ। ਕੁਛ ਕਹਿੰਦੇ ਕੁਛ ਨਹੀਂ ਫਰਕ ਪਿਆ, ਮਾੜਾ ਮੋਟਾ ਹੀ ਪਿਆ, ਵੀ ਜਿਹੜਾ 14 ਲੱਖ ਵਾਲਾ ਸੀਗਾ ਉਹ 13.5 ਦਾ ਹੋ ਗਿਆ ਜਾਂ 13 ਲੱਖ ਦਾ ਹੋ ਗਿਆ। ਇਹ ਤੋਂ ਵੱਧ ਮਾਰਕੀਟ ਨੂੰ ਫਰਕ ਨਹੀਂ ਪਿਆ, ਘਰ ਉੱਥੇ ਦੇ ਉੱਥੇ ਹੀ ਖੜੇ ਆ। ਇੱਕ ਸਰਵੇ ਕੀਤਾ ਗਿਆ ਟੋਰਾਂਟੋ ਦੇ ਇਲਾਕੇ ਦੇ ਵਿੱਚ ਕਿ ਅਸਲ ਦੇ ਵਿੱਚ ਇੱਥੇ ਜਿਹੜੀ ਸਥਿਤੀ ਆ ਉਹ ਕਿਸ ਤਰ੍ਹਾਂ ਦੀ ਆ। ਸੋ ਇਹਦੇ ਤੋਂ ਬਾਅਦ ਜਿਹੜਾ ਡਿਟੈਚਡ ਹੋਮ ਆ, ਐਵਰੇਜ ਪ੍ਰਾਈਸ ਇੱਕ ਡਿਟੈਚਡ ਹੋਮ ਦਾ ਬੈਂਕ ਆਫ ਕੈਨੇਡਾ ਦੇ ਇਹ ਇੰਟਰਸਟ ਰੇਟ ਵਧਾਉਣ ਤੋਂ ਬਾਅਦ ਇਨਫਲੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਉਹਦੇ ਉੱਤੇ ਡਿਟੈਚ ਹੋਮ ਦੇ ਉੱਤੇ ਐਵਰੇਜ ਪ੍ਰਾਈਸ ਦੇ ਉੱਤੇ ਕੀ ਫਰਕ ਪਿਆ ਆ। ਓਵਰਨਾਈਟ ਲੈਂਡਿੰਗ ਰੇਟ 0.25% ਜਿਹੜਾ ਵਧਿਆ ਸੀਗਾ ਕੋਵਿਡ-19 ਪੈਂਡੈਮਿਕ ਦੇ 0.25% ਦੇ ਉੱਤੇ ਮਾਫੀ ਚਾਹੁੰਦਾ ਆ ਗਿਆ ਸੀ ਮਾਰਚ 2020 ਦੇ ਵਿੱਚ। ਬੈਂਕ ਆਫ ਕੈਨੇਡਾ ਨੇ ਜਿਹੜਾ ਹੌਲੀ ਹੌਲੀ ਫਿਰ ਇਹਨੂੰ ਹੁਣ ਵਧਾਉਣਾ ਸ਼ੁਰੂ ਕੀਤਾ ਆ। ਸੈਂਟਰਲ ਬੈਂਕ ਨੇ ਇਹ ਓਵਰਨਾਈਟ ਲੈਂਡਿੰਗ ਰੇਟ ਜਿਹੜਾ 2.25 ਬੇਸਿਸ ਪੁਆਇੰਟ ਤੋਂ 2.5% ਜਿਹੜਾ ਕਰ ਦਿੱਤਾ ਸੀ ਮਾਰਚ ਤੇ ਉਹਦੇ ਤੋਂ ਬਾਅਦ ਫਿਰ ਇਹ ਵਧਿਆ। ਮੌਰਗੇਜ ਦੇ ਰੇਟ ਇਹਦੇ ਉੱਤੇ ਵੱਧ ਗਏ। ਤੇ ਮੰਥਲੀ ਮਾਰਕੀਟ ਸੇਲਸ ਡਾਟਾ ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ TRRE ਵੀ ਟੋਰਾਂਟੋ ਰੀਜਨਲ ਰੀਅਲ ਅਸਟੇਟ ਬੋਰਡ ਦਾ ਜਿਹੜਾ ਜੂਨ ਦੇ ਅੰਕੜੇ ਆ ਉਹਦੇ ਵਿੱਚ ਦੇਖਿਆ ਗਿਆ ਕਿ ਘਰਾਂ ਦੀ ਕੀਮਤ ਇਹਦੇ ਉੱਤੇ ਕਿੰਨੀ ਹੋਈ ਆ। ਸਾਰੇ ਇਲਾਕੇ ਦੇ ਵਿੱਚ ਉਹਨਾਂ ਨੇ 31 ਘਰ ਲਾਏ ਆ ਕਿ ਇਹਨਾਂ 31 ਘਰ ਦੇ ਵਿੱਚ ਉਹਨਾਂ ਨੇ ਫਿਰ ਦੇਖਿਆ ਵੀ ਅਸਲ ਦੇ ਵਿੱਚ ਹੋਇਆ ਕੀ ਆ। 3 ਜ਼ੋਨਾਂ ਦੇ ਵਿੱਚ ਪੂਰੇ ਟੋਰਾਂਟੋ ਨੂੰ ਵੰਡ ਲਿਆ ਜਾਂਦਾ, ਈਸਟ ਵੈਸਟ ਤੇ ਸੈਂਟਰਲ। ਤੇ ਇਹਦੇ ਵਿੱਚ ਫਿਰ ਉਹਨਾਂ ਨੇ 30 ਸ਼ਹਿਰ ਜਿਹੜੇ ਆ ਉਹਦੇ ਦੇਖਿਆ ਕਿ ਇਹਦੇ ਵਿੱਚ ਡਿਟੈਚਡ ਹੋਮ ਪ੍ਰਾਈਸਿਸ ਉਹ ਇੱਕ ਉਹਨਾਂ ਨੇ ਗੱਲ ਬੜੀ ਸਪਸ਼ਟ ਕਹੀ ਆ ਕਿ ਡਿਟੈਚਡ ਘਰਾਂ ਦੀਆਂ ਕੀਮਤਾਂ ਇੱਥੇ ਘਟੀਆਂ ਆ। ਔਰ ਇਹ ਘਟੀਆਂ ਕਿੱਥੋਂ ਆ ਕਿ ਇਹ 7.2% ਵੈਸਟ ਐਂਡ ਦੇ ਟੋਰਾਂਟੋ ਦੇ ਉੱਤੇ ਘਟੀਆਂ ਆ। ਮਤਲਬ ਘੱਟ ਤੋਂ ਘੱਟ ਵੀ 7.2% ਤੱਕ ਕੀਮਤ ਨੂੰ ਫਰਕ ਪਿਆ ਤੇ ਵੱਧ ਤੋਂ ਵੱਧ 38% ਤੱਕ ਬ੍ਰੈਡਫੋਰਡ ਜਿਹੜਾ ਦੂਜੇ ਪਾਸੇ ਆ ਉੱਥੇ 38.5% ਕੀਮਤਾਂ ਘਟੀਆਂ। ਇੱਥੇ ਤੱਕ ਫਰਕ ਇਸ ਥਾਂ ਦੇ ਉੱਤੇ ਪਿਆ ਆ। ਸੋ ਜਦੋਂ ਅਸੀਂ ਇੱਕ ਇੱਕ ਕਰਕੇ ਇਹ ਸਾਰੇ ਕੁਛ ਨੂੰ ਜਿਹੜੇ ਅੰਕੜਿਆਂ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ, ਜਿਹੜਾ ਬਰੈਂਪਟਨ ਦੇ ਵਿੱਚ ਫਰਵਰੀ 2022 ਦੇ ਵਿੱਚ ਇੱਕ ਘਰ ਦੀ ਜਿਹੜੀ ਕੀਮਤ ਸੀਗੀ, ਜਿਹੜਾ ਐਵਰੇਜ ਪ੍ਰਾਈਸ ਉੱਥੇ ਦਾ 1,60,000 ਦੇ ਨੇੜੇ ਤੇੜੇ, ਮਾਫੀ ਚਾਹੁੰਦਾ 16 ਲੱਖ ਦੇ ਨੇੜੇ ਤੇੜੇ 1.6 ਮਿਲੀਅਨ ਦੇ ਨੇੜੇ ਤੇੜੇ ਦੱਸਿਆ ਜਾਂਦਾ ਸੀ। ਸੋ 1.6 ਮਿਲੀਅਨ ਤੋਂ ਕਹਿੰਦੇ ਇਹ 1.2 ਮਿਲੀਅਨ ਤੇ ਆ ਗਿਆ। 22% ਕਮੀ ਬਰੈਂਪਟਨ ਦੇ ਵਿੱਚ ਆਈ ਹੈ। 22% ਘਰਾਂ ਦੀ ਕੀਮਤ ਫਰਵਰੀ 2022 ਤੋਂ ਲੈ ਕੇ ਜੂਨ 2022 ਤੱਕ GTA ਐਵਰੇਜ ਪ੍ਰਾਈਸ ਚੇਂਜ ਡਿਟੈਚਡ ਹੋਮਸ ਦੇ ਵਿੱਚ ਫਰਕ ਪਿਆ ਹੈ। 22% ਮਾਰਕੀਟ ਬਰੈਂਪਟਨ ਦੇ ਵਿੱਚ ਘਟ ਗਈ ਆ। ਸੋ ਇਹ ਹਾਲਾਂਕਿ ਉਹ ਜਿੱਦਾਂ ਪਹਿਲਾਂ ਦੱਸਿਆ ਕਿ 7% ਤੋਂ ਲੈ ਕੇ 38% ਤੱਕ ਫਰਕ ਪਿਆ, ਕਿਤੇ ਤਾਂ 38% ਲਗਭਗ ਅੱਧ ਦੇ ਨੇੜੇ ਪਹੁੰਚ ਜਾਂਦਾ। ਉੱਥੇ ਉਹ ਲੋਕ ਵੀ ਸੱਚੇ ਆ ਜਿਹੜੇ ਕਹਿੰਦੇ ਅੱਧੋ ਅੱਧ ਰਹਿ ਗਏ ਆ, ਤੇ ਕਿਤੇ 7% ਦਾ ਹੀ ਫਰਕ ਪਿਆ। ਉਹ ਲੋਕ ਵੀ ਸੱਚੇ ਆ ਜਿਹੜੇ ਕਹਿੰਦੇ ਫਰਕ ਬਹੁਤ ਥੋੜ੍ਹਾ ਹੀ ਪਿਆ ਆ। ਬਾਕੀ ਥਾਂ ਜਿਵੇਂ ਮਿਸੀਸਾਗਾ ਆ, ਮਿਸੀਸਾਗਾ ਦੇ ਵਿੱਚ ਜਿਹੜੀ ਪਹਿਲਾਂ ਫਰਵਰੀ ਦੇ ਵਿੱਚ ਐਵਰੇਜ ਘਰ ਦੀ ਇੱਕ ਕੀਮਤ ਸੀਗੀ ਉਹ 1.9 ਮਿਲੀਅਨ ਸੀ। ਸੋ 19 ਲੱਖ ਦੇ ਨੇੜੇ ਤੇੜੇ ਸੀਗੀ, ਉਹ 16 ਲੱਖ ਦਾ ਰਹਿ ਗਿਆ। 16% ਕਮੀ ਮਿਸੀਸਾਗਾ ਦੇ ਘਰਾਂ ਦੇ ਵਿੱਚ ਦੱਸਦੇ ਆ ਕਿ ਜਿਹੜੀ ਆਈ ਆ। ਇਸੇ ਤਰ੍ਹਾਂ ਬਾਕੀ ਜਿਹੜਾ ਯਾਰਕ ਰੀਜਨ ਆ ਉਹਦੇ ਵਿੱਚ ਜਿਹੜੇ ਵੱਖ-ਵੱਖ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਐਸੇ ਤਰੀਕੇ ਨਾਲ ਕਿਤੇ 17% ਕਮੀ ਆਈ ਹੈ, ਕਿਤੇ 19% ਕਮੀ ਆਈ ਹੈ, ਕਿਤੇ 11% ਕਮੀ ਆਈ ਹੈ, ਤੇ ਕਈ ਥਾਵਾਂ ਦੇ ਉੱਤੇ 38% ਤੱਕ ਵੀ ਕਮੀ ਆਈ ਆ। ਸੋ ਇਹ ਸਾਰੇ ਇਲਾਕੇ ਦੇ ਵਿੱਚ ਐਵਰੇਜ ਡਿਟੈਚਡ ਘਰਾਂ ਦੀ ਐਵਰੇਜ ਹੋਮ ਪ੍ਰਾਈਸ ਕਾਫੀ ਹੱਦ ਤੱਕ ਥੱਲੇ ਆ ਚੁੱਕੀ ਆ। ਬਰੈਂਪਟਨ ਦੇ ਵਿੱਚ 16 ਲੱਖ ਵਾਲਾ ਘਰ ਹੁਣ 12 ਲੱਖ ਦਾ ਹੋ ਗਿਆ ਆ। ਵਿਕਦਾ ਕਿੰਨੇ ਨੂੰ ਆ, ਲੋਕ ਵੇਚਦੇ ਆ ਕਿ ਨਹੀਂ ਵੇਚਦੇ, ਮਾਰਕੀਟ ਦੇ ਵਿੱਚ ਆਉਂਦੇ ਆ ਜਾਂ ਹਜੇ ਬਾਹਰ ਹੀ ਰਹਿੰਦੇ ਆ, ਉਡੀਕ ਕਰਦੇ ਆ ਕਿ ਕਦੋਂ ਘਰ ਜਿਹੜੇ ਆ ਉਹ ਮਹਿੰਗੇ ਹੋਣਗੇ, ਉਸ ਵੇਲੇ ਕੁਛ ਨਾ ਕੁਛ ਕਰਾਂਗੇ। ਪਰ ਫਿਰ ਵੀ ਇੱਥੇ ਕਮੀ ਲਗਭਗ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਸਾਰੀਆਂ ਕਾਊਂਟੀ ਦੇ ਵਿੱਚ ਜਾਂ ਉਹਨੂੰ ਜਿੰਨੇ ਹਿੱਸਿਆਂ ਦੇ ਵਿੱਚ ਵੰਡ ਕੇ ਦੇਖਦੇ ਹਾਂ ਅਸੀਂ, ਉਹਨਾਂ ਸਾਰਿਆਂ ਦੇ ਵਿੱਚ ਕੀਮਤਾਂ ਥੱਲੇ ਨੂੰ ਜ਼ਰੂਰ ਆਈਆਂ ਨੇ। ਅਗਲੀ ਖਬਰ ਅਲਬਰਟਾ ਤੋਂ ਆ। ਅਲਬਰਟਾ ਦੇ ਵਿੱਚ ਪੇਰੈਂਟਸ ਇਸ ਵੇਲੇ ਫਰਸਟ੍ਰੇਟਡ ਨੇ।
ਦੁਖੀ ਨੇ ਇਸ ਗੱਲ ਤੋਂ ਵੀ ਜਿਹੜੀ ਸਰਕਾਰ ਆ ਸੂਬੇ ਦੀ ਉਹ ਦੱਸ ਨਹੀਂ ਰਹੀ ਕਿ ਵੈਕਸੀਨੇਸ਼ਨ ਜਿਹੜੇ 5 ਸਾਲ ਤੋਂ ਘੱਟ ਉਮਰ ਵਾਲੇ ਨਿਆਣੇ ਆ ਉਹਨਾਂ ਦਾ ਕੀ ਕਰਨਾ, ਕੋਵਿਡ-19 ਵੈਕਸੀਨ ਉਹਨਾਂ ਨੂੰ ਕਦੋਂ ਲੱਗਣੀ ਆ। ਮੋਡਰਨਾ ਪੈਡੀਆਟ੍ਰਿਕ ਡੋਜ਼ ਕਿਡਸ ਦੇ ਵਿੱਚ 6 ਮਹੀਨੇ ਤੋਂ ਲੈ ਕੇ 5 ਸਾਲ ਵਾਲਿਆਂ ਨੂੰ ਜਿਹੜੀ ਆਥੋਰਾਈਜ਼ ਕੀਤੀ ਹੈ ਹੈਲਥ ਕੈਨੇਡਾ ਨੇ 2 ਵੀਕ ਪਹਿਲਾਂ, ਕਦੋਂ ਲੱਗਣੀ ਆ, ਕਿਹਨੂੰ ਲੱਗਣੀ ਆ, ਕੀ ਹਿਸਾਬ ਕਿਤਾਬ ਆ। ਬਾਕੀ ਪ੍ਰੋਵਿੰਸਿਸ ਨੇ ਆਪਣਾ ਸਾਰਾ ਐਲਾਨ ਕਰ ਦਿੱਤਾ, ਪਰ ਇਹਨਾਂ ਨੂੰ ਹਜੇ ਤੱਕ ਕੋਈ ਵੀ ਇਸ ਤਰ੍ਹਾਂ ਦੀ ਸਪਸ਼ਟਤਾ ਲੱਗਦਾ ਆ ਕਿ ਨਹੀਂ ਹੈਗੀ। ਸੋ ਦੂਜੇ ਪ੍ਰੋਵਿੰਸਿਸ ਨੇ ਜਾਂ ਤਾਂ ਸ਼ਾਟ ਦੇਣੇ ਸ਼ੁਰੂ ਕਰ ਦਿੱਤੇ ਆ ਜਾਂ ਘੱਟੋ ਘੱਟ ਉਹਨਾਂ ਨੇ ਬੁਕਿੰਗ ਅਲਾਓ ਕਰਤੀ ਹੈ, ਤੁਸੀਂ ਬੁਕਿੰਗ ਕਰਵਾ ਲਓ, ਜਦੋਂ ਤੁਹਾਡੀ ਵਾਰੀ ਆਊਗੀ ਉਦੋਂ ਤੁਹਾਨੂੰ ਦੱਸ ਕੇ ਵੈਕਸੀਨ ਦੇ ਦਿੱਤੀ ਜਾਊਗੀ। ਇਹਦੇ ਬਾਵਜੂਦ ਅਲਬਰਟਾ ਦੀ ਸਰਕਾਰ ਹਜੇ ਇਹ ਜਿਹੜੀਆਂ ਡਿਟੇਲਸ ਨੇ ਇਹਦੇ ਉਹਨਾਂ ਦੀ ਪਲਾਨ ਕੀ ਆ, ਸਕੀਮ ਕੀ ਆ, ਲੱਗਣੀ ਕਿੱਦਾਂ ਆ, ਉਹ ਡਿਟੇਲਸ ਹਜੇ ਉਹ ਰਿਲੀਜ਼ ਨਹੀਂ ਕਰ ਰਹੇ। ਅਤੇ ਉਹ ਕਹਿ ਰਹੇ ਆ ਕਿ ਜਿਹੜੀ ਵੈਕਸੀਨੇਸ਼ਨ ਆ ਇਹਨਾਂ ਬੱਚਿਆਂ ਦੇ ਵਿੱਚ ਐਂਡ ਆਫ ਜੁਲਾਈ ਜਦੋਂ ਗੱਲਬਾਤ ਚੱਲਦੀ ਸੀਗੀ, ਪਰ ਹਜੇ ਤੱਕ ਵੀ ਮਾਪੇ ਜਿਹੜੇ ਪਰੇਸ਼ਾਨ ਨੇ ਕਿ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੱਸਿਆ ਜਾਵੇ। ਔਰ ਇਹਦੇ ਤੋਂ ਬਾਅਦ ਕਿਉਂਕਿ ਇਨਫੈਕਸ਼ਨ ਹਜੇ ਵੀ ਬਹੁਤ ਹੋ ਰਹੀ ਆ, ਬੱਚਿਆਂ ਦੇ ਵਿੱਚ ਵੀ ਬਹੁਤ ਹੋ ਰਹੀ ਆ, ਵਕੇਸ਼ਨਸ ਨੇ ਸਮਰ ਦੇ ਵਿੱਚ, ਉਹਦੇ ਤੋਂ ਬਾਅਦ ਕੀ ਬਣਨਾ ਆ ਇਹਦਾ, ਨਿਆਣੇ ਬਿਮਾਰ ਬਹੁਤ ਹੋ ਰਹੇ ਨੇ। ਹਾਲਾਂਕਿ ਗੰਭੀਰਤਾ ਨਹੀਂ ਹੈ ਉਨੀ ਜ਼ਿਆਦਾ, ਇਹ ਨਹੀਂ ਹੈ ਕਿ ਤੁਹਾਨੂੰ ਹਸਪੀਟਲ ਜਾਣਾ ਪੈਂਦਾ ਜਾਂ ਦੂਜੀਆਂ ਤੀਜੀਆਂ ਗੱਲਾਂ ਆ, ਪਰ ਫਿਰ ਵੀ ਘੱਟੋ ਘੱਟ ਖਿਆਲ ਰੱਖਣਾ ਪੈ ਰਿਹਾ। ਥੋੜ੍ਹੇ ਦਿਨ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਨੂੰ ਕੋਵਿਡ ਹੋ ਗਿਆ ਸੀ ਅਤੇ ਉਹਨਾਂ ਨੂੰ ਆਈਸੋਲੇਟ ਕਰਨਾ ਪਿਆ ਸੀ। ਸੋ ਅਜੇ ਕੋਵਿਡ ਪੂਰੀ ਤਰ੍ਹਾਂ ਗਿਆ ਨਹੀਂ, ਅਤੇ ਹੁਣ ਜਿਹੜੇ ਬੱਚੇ ਆ ਉਹਨਾਂ ਦੇ ਵਿੱਚ ਤਾਂ ਵੈਕਸੀਨ ਲੱਗੀ ਨਹੀਂ ਉਹਨਾਂ ਨੂੰ ਖਾਸ ਤੌਰ ਦੇ ਉੱਤੇ। ਅਤੇ ਦੂਜੀ ਗੱਲ ਜਿਹੜੇ ਲੋਕ ਉੱਥੋਂ ਦੇ ਇਹ ਕਹਿ ਰਹੇ ਅਲਬਰਟਾ ਦੇ ਕਿ ਜਦ ਬਾਕੀ ਪ੍ਰੋਵਿੰਸਿਸ ਨੇ ਆਫਰ ਕਰਨੀ ਸ਼ੁਰੂ ਕਰ ਦਿੱਤੀ, ਕੁਛ ਨੇ ਬੁਕਿੰਗ ਕਰਨੀ ਸ਼ੁਰੂ ਕਰ ਦਿੱਤੀ, ਵੀ ਤੁਸੀਂ ਘੱਟੋ ਘੱਟ ਪਲਾਨ ਤਾਂ ਦੱਸ ਦਿਓ ਕਿ ਆਹ ਸਕੀਮ ਹੈਗੀ ਹੈ, ਇਹਦੇ ਤਹਿਤ ਇਹ ਵੈਕਸੀਨ ਇੱਧਰ ਨੂੰ ਲੱਗੂਗੀ, ਜਾਂ ਉਹਨਾਂ ਨੂੰ ਹਜੇ ਤੱਕ ਕੈਲਕੂਲੇਸ਼ਨ ਨਹੀਂ ਹੋ ਰਹੀ, ਜਾਂ ਕਿੱਥੇ ਗੜਬੜਾ ਹਜੇ ਤੱਕ ਪਤਾ ਨਹੀਂ ਹੈ। ਪਰ ਲੋਕ ਇਹਦੇ ਤੋਂ ਜਿਹੜੇ ਪਰੇਸ਼ਾਨ ਨੇ। ਫੈਡਰਲ ਗਵਰਨਮੈਂਟ ਦੀ ਵੈਬਸਾਈਟ ਦੱਸਦੀ ਆ ਕਿ 46,700 ਡੋਜ਼ ਮੋਡਰਨਾ ਦੀ ਪੈਡੀਆਟ੍ਰਿਕ ਵੈਕਸੀਨ ਦੀ ਡਿਸਟਰੀਬਿਊਟ ਕੀਤੀ ਜਾ ਚੁੱਕੀ ਆ ਅਲਬਰਟਾ ਦੇ ਵਿੱਚ ਕੱਲ੍ਹ ਵੀਰਵਾਰ ਤੱਕ, ਅਤੇ 34,400 ਡਿਲੀਵਰ ਕੀਤੀ ਜਾ ਚੁੱਕੀ ਸੀ ਜੁਲਾਈ 21 ਤੱਕ, ਉਹਦੇ ਤੋਂ ਇੱਕ ਹਫ਼ਤਾ ਪਹਿਲਾਂ। ਇੱਥੇ ਇਹ ਵੀ ਗੱਲ ਧਿਆਨ ਦੇਣ ਵਾਲੀ ਆ ਕਿ ਜਿਹੜੀ ਬੱਚਿਆਂ ਦੀ ਵੈਕਸੀਨ ਆ ਉਹ ਦੂਜੀ ਵੈਕਸੀਨ ਨਾਲੋਂ ਵੱਖਰੀ ਆ। ਇਹ ਮੋਡਰਨਾ ਦੀ ਪੈਡੀਆਟ੍ਰਿਕ ਜਿਹੜੀ ਬੱਚਿਆਂ ਵਾਲੀ ਵੈਕਸੀਨ ਆ ਉਹਦੇ ਤੋਂ ਵੱਖਰੀ ਆ, ਅਤੇ ਉਹਦੀਆਂ ਡੋਜ਼ਸ ਜਿਹੜੀਆਂ ਫੈਡਰਲ ਸਰਕਾਰ ਆ ਉਹ ਵੱਖ-ਵੱਖ ਸੂਬਿਆਂ ਨੂੰ ਦਿੰਦੀ ਆ। ਅਲਬਰਟਾ ਹੈਲਥ ਨੇ ਹਜੇ ਤੱਕ ਰਿਸਪੌਂਡ ਨਹੀਂ ਕੀਤਾ। ਕੁਝ ਨਿਊਜ਼ ਏਜੰਸੀ ਇਹਨਾਂ ਨੂੰ ਪੁੱਛਿਆ ਵੀ ਤੁਹਾਡੇ ਕੋਲ ਕਿੰਨੀ ਆ ਗਈ ਹੈ ਅਤੇ ਤੁਸੀਂ ਦੱਸੋ ਕੀ ਆ, ਪਰ ਅਜੇ ਤੱਕ ਉਹਨਾਂ ਦਾ ਕੋਈ ਵੀ ਜਿਹੜਾ ਪਲਾਨ, ਅੱਜ ਤੱਕ ਜਦੋਂ ਅਸੀਂ ਗੱਲ ਕਰ ਰਹੇ ਹਾਂ ਜਾਂ ਅੱਜ ਥੋੜ੍ਹਾ ਚਿਰ ਪਹਿਲਾਂ ਤੱਕ ਕੋਈ ਵੀ ਪਲਾਨ ਨਹੀਂ ਸੀ। ਅਤੇ ਮਾਪੇ ਹੁਣ ਇਹ ਕਹਿ ਰਹੇ ਆ ਕਿ ਘੱਟੋ ਘੱਟ ਸਾਨੂੰ ਫਾਈਨਲਾਈਜ਼ ਕਰਕੇ ਦੱਸਿਆ ਜਾਵੇ ਕਿ ਕਦੋਂ ਇਹ ਲੱਗਣੀ ਸ਼ੁਰੂ ਹੋਣੀ ਆ, ਅਤੇ ਉਹ ਆਪਣਾ ਜਿਹੜਾ ਇਸ ਮਾਮਲੇ ਦੇ ਵਿੱਚ ਜਿਹੜਾ ਇਹਦੀ ਰੋਲਿੰਗ ਆਊਟ ਆ ਉਹ ਸ਼ੁਰੂ ਹੋ ਸਕੇ। ਕੁਦਰਤੀ ਤੌਰ 'ਤੇ ਉੱਥੇ ਡੋਜ਼ ਤਾਂ ਮਿਲ ਹੀ ਚੁੱਕੀ ਹੈ, ਜਦੋਂ ਅੰਕੜੇ ਦੱਸਦੇ ਆ, ਫੈਡਰਲ ਸਰਕਾਰ ਦੇ ਅੰਕੜੇ ਦੱਸ ਰਹੇ ਆ, ਉੱਥੇ ਮਿਲ ਗਈ ਹੈ, ਅਤੇ ਕੁਦਰਤੀ ਆ ਵੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਸ਼ੁਰੂ ਕਰਨਗੇ। ਲੋਕ ਕਾਲ ਕਰ ਰਹੇ ਆ, ਈਮੇਲ ਕਰ ਰਹੇ ਆ, ਅਤੇ ਉਹ ਸਾਰੀਆਂ ਅਨਆਂਸਰਡ ਨੇ। ਜਿਹੜੇ ਜਿਸ ਤਰੀਕੇ ਦੇ ਨਾਲ ਅਲਬਰਟਾ ਦਾ ਰੋਲ ਆਊਟ ਆ, ਬਹੁਤ ਸਾਰੇ ਪੇਰੈਂਟਸ ਆ ਉਹਨਾਂ ਨੇ ਟਵਿੱਟਰ ਨੂੰ ਹੁਣ ਇੱਕ ਹਥਿਆਰ ਬਣਾਇਆ ਕਿ ਸੋਸ਼ਲ ਮੀਡੀਆ ਦੇ ਉੱਤੇ ਜਾ ਕੇ ਘੱਟੋ ਘੱਟ ਰੌਲਾ ਤਾਂ ਪਾਇਆ ਜਾਵੇ। ਕਿਉਂਕਿ ਟਵਿੱਟਰ ਦੇ ਉੱਤੇ ਸਾਰੇ ਲੀਡਰ ਵੀ ਤੇ ਟਵਿੱਟਰ ਦੇ ਉੱਤੇ ਹੈਗੇ ਆ, ਜੇ ਰੌਲਾ ਪਾਵਾਂਗੇ ਉਹਨਾਂ ਨੂੰ ਪਤਾ ਲੱਗੂਗਾ ਅਤੇ ਉਹ ਕੁਦਰਤੀ ਤੌਰ 'ਤੇ ਇਸ ਗੱਲ ਬਾਰੇ ਸੋਚਣਗੇ। ਸੋ ਹੁਣ ਉਹਨਾਂ ਨੇ ਇਹਦੇ ਬਾਰੇ ਰੌਲਾ ਰੱਪਾ ਉਹਦੇ ਉੱਤੇ ਪਾਉਣਾ ਸ਼ੁਰੂ ਕੀਤਾ ਆ, ਅਤੇ ਉਹਦਾ ਕੁਦਰਤੀ ਤੌਰ 'ਤੇ ਵੀ ਥੋੜ੍ਹਾ ਬਹੁਤਾ ਅਸਰ ਵੀ ਇਹਦੇ ਉੱਤੇ ਪਊਗਾ। ਈਮੇਲਿੰਗ ਵੀ ਹੋ ਰਹੀ ਆ ਸਰਕਾਰ ਦੇ ਅਫੀਸ਼ੀਅਲ ਨੂੰ, ਹੈਲਥ ਮਿਨਿਸਟਰ ਜੇਸਨ ਕੋਪਿੰਗ, ਅਤੇ ਪਰ ਕਿਸੇ ਪਾਸਿਓਂ ਵੀ ਕੋਈ ਰਿਸਪੌਂਸ ਜਿਹੜਾ ਆ ਨਹੀਂ ਆ ਰਿਹਾ, ਕਮਿਊਨੀਕੇਸ਼ਨ ਨਹੀਂ ਉੱਥੇ ਹੋ ਰਹੀ, ਅਤੇ ਜਿਹੜੀ ਅਰਜੈਂਸੀ ਹੈ ਇਹਦੀ ਉਹਨੂੰ ਨਹੀਂ ਸਮਝਿਆ ਜਾ ਰਿਹਾ ਵੀ ਇਹਦੀ ਇਸ ਵੇਲੇ ਲੋੜ ਕਿੰਨੀ ਹੈ। ਸੋ ਅਲਬਰਟਾ ਦੇ ਵਿੱਚ ਮਾਪੇ ਇਸ ਵੇਲੇ ਚਿੰਤਤ ਨੇ ਕਿ ਸਾਡੇ ਬੱਚਿਆਂ ਨੂੰ ਇਹ ਕਦੋਂ ਲੱਗਣੀ ਹੈ, ਅਤੇ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ। ਪਾਸਪੋਰਟਾਂ ਦਾ ਮਾਮਲਾ ਬਹੁਤ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਰਹਿੰਦਾ ਕਿ ਕੈਨੇਡਾ ਦੇ ਵਿੱਚ ਜੇ ਕਿਸੇ ਨੇ ਪਾਸਪੋਰਟ ਰੀਨਿਊ ਕਰਾਉਣਾ ਆ ਤਾਂ ਉਹਦੀ ਵਾਰੀ ਨਹੀਂ ਆਉਂਦੀ, ਅਤੇ ਲੋਕ ਚਿੰਤਤ ਨੇ। ਵਾਰੀ ਤੁਹਾਨੂੰ ਯਾਦ ਹੋਊਗਾ ਕਿ ਬੜੇ ਲੋਕਾਂ ਨੇ, ਕਿਉਂਕਿ ਪਾਸਪੋਰਟ ਇੰਨੇ ਰੀਨਿਊ ਹੋਣ ਵਾਲੇ ਜਾਂ ਨਵੇਂ ਬਣਨ ਵਾਲੇ ਆ ਗਏ ਕਿ ਜਿਹੜਾ ਕਿਸੇ ਨੇ ਸੋਚਿਆ ਵੀ ਨਹੀਂ ਸੀ। ਇੱਥੇ ਸਰੀ ਦੇ ਵਿੱਚ ਸਿਟੀ ਸੈਂਟਰ ਦੇ ਬਾਹਰ ਜਾ ਕੇ ਕਿਸੇ ਵੇਲੇ ਵੀ ਦੇਖ ਲਓ, ਕਿੰਗ ਜਾਰਜ ਬੁਲੇਵਰਡ ਤੱਕ ਲਾਈਨ ਲੱਗੀ ਹੁੰਦੀ ਆ। ਬਹੁਤ ਸਾਰੇ ਲੋਕ ਟੈਂਟ ਲਾ ਕੇ ਬੈਠਣ ਲੱਗ ਪਏ ਸੀ, ਬਹੁਤ ਸਾਰੇ ਲੋਕਾਂ ਨੇ ਬੰਦੇ ਰੱਖ ਲਏ ਸੀ ਆਪਣੇ ਥਾਂ 'ਤੇ ਵੀ ਤੈਨੂੰ $20 ਦੇਵਾਂਗੇ ਘੰਟੇ ਦੇ ਲਾਈਨ 'ਚ ਸਾਡੇ ਥਾਂ 'ਤੇ ਖੜਾ ਹੋ ਜਾ, ਜਦੋਂ ਵਾਰੀ ਆ ਗਈ ਫੋਨ ਕਰਦੀ ਅਸੀਂ ਆ ਕੇ ਉੱਥੇ ਚਲੇ ਜਾਵਾਂਗੇ। ਬਹੁਤ ਸਾਰੇ ਲੋਕ ਰਾਤ ਨੂੰ ਸੌਣ ਲੱਗ ਪਏ ਸੀ। ਹਾਲਤ ਇਹ ਹੋ ਗਈ ਸੀ ਕਿ ਸਵੇਰੇ 8:30 ਵਜੇ ਦਫ਼ਤਰ ਖੁੱਲ੍ਹਣਾ, ਅਤੇ ਉਹ ਤੋਂ ਇੱਕ ਰਾਤ ਪਹਿਲਾਂ ਸ਼ਾਮ ਨੂੰ 5-6 ਵਜੇ ਲੋਕ ਆ ਕੇ ਲਾਈਨ ਦੇ ਵਿੱਚ ਬੈਠ ਜਾਂਦੇ ਸੀ। ਫਿਰ ਇੱਦਾਂ ਦੀਆਂ ਸਟੋਰੀਜ਼ ਵੀ ਆਈਆਂ ਕਿ ਇੱਥੋਂ ਕੁਝ ਲੋਕਾਂ ਨੇ ਅਲਬਰਟਾ ਦੇ ਵਿੱਚ ਐਡਮਿੰਟਨ ਦੇ ਵਿੱਚ ਜਾ ਕੇ ਬੁਕਿੰਗ ਕਰਾ ਲਈ, ਅਤੇ ਉੱਥੇ ਜਾ ਕੇ ਉਹ ਪਾਸਪੋਰਟ ਰਿਨਿਊ ਕਰਾ ਕੇ ਲੈ ਇੱਥੋਂ ਜਿਹੜੀ ਫਲੇਅਰ ਦੀ ਉਹ $49 ਦੀ ਫਲਾਈਟ ਲੈ ਕੇ ਜਾ ਕੇ ਅਤੇ ਆ ਕੇ ਫਿਰ ਵੀ ਉਹਨਾਂ ਨੂੰ ਸਸਤਾ ਪਿਆ। ਹੁਣ ਇੱਕ ਸੂਚਨਾ ਚੰਗੀ ਆਈ ਆ ਕਿ ਜਿਹੜੇ ਟਰੈਵਲਰ ਨੇ ਉਹ ਉਹਨਾਂ ਨੂੰ ਪਾਸਪੋਰਟਸ ਜਲਦੀ ਮਿਲ ਜਾਣਗੇ। ਜਿਹੜੀ ਮੇਲ ਇਨ ਐਪਲੀਕੇਸ਼ਨ ਆ ਉਹ ਟਰਾਂਸਫਰ ਕੀਤੀਆਂ ਜਾ ਸਕਦੀਆਂ ਆ
ਕੋਈ ਵੀ 300 ਲੋਕਲ ਸਰਵਿਸ ਕੈਨੇਡਾ ਦੇ ਸੈਂਟਰਸ ਦੇ ਉੱਤੇ ਪ੍ਰੋਸੈਸਿੰਗ ਦੇ ਲਈ। ਸੋ ਇੱਕ ਚੰਗੀ ਖਬਰ ਆ ਕਿ ਕਿਸੇ ਪਾਸੇ ਵੀ ਉਹਨੂੰ ਇੱਧਰ ਉੱਧਰ ਭੇਜ ਸਕਦੇ ਆ ਕਿ ਉਹ ਹੁਣ ਉਹ ਜੇ ਉਹਨਾਂ ਨੂੰ ਲੋੜ ਹੈਗੀ ਆ ਪਾਸਪੋਰਟ ਦੀ, ਮਤਲਬ ਥੋੜ੍ਹੀ ਜਿਹੀ, ਮਤਲਬ ਇੰਨੀ ਜ਼ਰੂਰੀ ਵੀ ਨਹੀਂ ਹੈ, ਥੋੜ੍ਹੀ ਬਹੁਤੀ ਜ਼ਰੂਰਤ ਆ, ਮਤਲਬ ਲੈਸ ਅਰਜੈਂਟ ਆ ਜਿਹਨੂੰ ਕਹਿ ਸਕਦੇ ਆ, ਤਾਂ ਫਿਰ ਵੀ ਉਹ ਪਲਾਨ ਕਰ ਸਕਦੇ ਆ ਕਿ ਉਹ ਜੇ ਉਹਨਾਂ ਨੇ ਪਲਾਨ ਕਰਨਾ ਦੇਸ਼ ਛੱਡਣ ਦੇ ਲਈ ਬਾਹਰ ਜਾਣਾ ਆ ਤਾਂ ਉਹ ਮਤਲਬ ਇੱਦਾਂ ਨਾ ਹੋਵੇ ਕਿ ਕੁਛ ਦਿਨ ਪਹਿਲਾਂ ਫਿਰ ਵੀ ਥੋੜ੍ਹੀ ਜਿਹੀ ਜ਼ਿਆਦਾ ਜ਼ਰੂਰਤ ਆ ਤਾਂ ਇਹ ਉੱਥੋਂ ਉਹਨਾਂ ਨੂੰ ਮਿਲ ਸਕਦਾ ਹੈ। ਐਪਲੀਕੈਂਟਸ ਜਿਹੜੇ ਨੇ ਬਹੁਤ ਲੰਬੀਆਂ ਲਾਈਨਾਂ ਦੇ ਵਿੱਚ ਲੱਗੇ ਰਹੇ ਨੇ। ਪਹਿਲਾਂ ਜਿਹੜੇ 35 ਮਤਲਬ 35 ਸਪੈਸ਼ਲਾਈਜ਼ਡ ਪਾਸਪੋਰਟ ਸਾਈਟ ਸੀਗੇ ਕੈਨੇਡਾ ਦੇ ਵਿੱਚ, ਉਹਨਾਂ ਤੱਕ ਹੀ ਉਹ ਕਿਸੇ ਨਾ ਕਿਸੇ ਤਰ੍ਹਾਂ ਜਾਂਦੇ ਸੀ, ਪਰ ਹੁਣ ਜਿਹੜੇ ਇਹ 300 ਲੋਕਲ ਸਰਵਿਸ ਕੈਨੇਡਾ ਦੇ ਸੈਂਟਰਸ ਨੇ ਉਹਨਾਂ ਵਿੱਚ ਕਿਸੇ ਪਾਸੇ ਵੀ ਇਹ ਫਾਈਲ ਟਰਾਂਸਫਰ ਕੀਤੀ ਜਾ ਸਕਦੀ ਹੈ। ਅਤੇ ਕੁਦਰਤੀ ਤੌਰ 'ਤੇ ਜੇ ਇਸ ਤਰੀਕੇ ਨਾਲ ਹੋਣ ਲੱਗ ਪਿਆ ਤਾਂ ਉਹਨਾਂ ਨੂੰ ਵੱਡਾ ਫਰਕ ਇਹਦੇ ਉੱਤੇ ਪਊਗਾ। ਨਵੀਂ ਪਾਲਿਸੀ ਜਿਹੜੀ ਆ ਉਹ ਕਿਸੇ ਵੀ ਉਸ ਵਿਅਕਤੀ ਦੇ ਉੱਤੇ ਅਪਲਾਈ ਹੁੰਦੀ ਆ ਜਿਹਨੇ ਆਪਣੀ ਐਪਲੀਕੇਸ਼ਨ ਬਾਈ ਮੇਲ ਕੰਪਲੀਟ ਕੀਤੀ ਆ 20 ਬਿਜ਼ਨਸ ਡੇਜ਼ ਅਗੋ। 20 ਦਿਨ ਪਹਿਲਾਂ, ਵਰਕਿੰਗ ਡੇਜ਼ ਪਹਿਲਾਂ ਉਹਨਾਂ ਨੇ ਆਪਣੀ ਐਪਲੀਕੇਸ਼ਨ ਜਿਹੜੀ ਕੰਪਲੀਟ ਕੀਤੀ ਆ ਤਾਂ ਉਹਨਾਂ ਨੂੰ ਅਲਾਓ ਕੀਤਾ ਜਾਂਦਾ ਕਿ ਤੁਸੀਂ ਜਿਹੜਾ ਐਂਟਰ ਦੇ ਸਿਸਟਮ ਦੇ ਵਿੱਚ ਐਂਟਰ ਹੋ ਜਾਓ ਅਤੇ ਉਹਦੇ ਤੋਂ ਬਾਅਦ ਤੁਸੀਂ ਆਪਣਾ ਪ੍ਰੂਫ ਜਿਹੜਾ ਹੈ ਟਰੈਵਲਿੰਗ ਦਾ ਦੇ ਕੇ 20 ਬਿਜ਼ਨਸ ਦਿਨ ਦੇ ਲਈ ਜਦੋਂ ਤੁਹਾਨੂੰ ਕਿਹਾ ਜਾਂਦਾ ਟਰਾਂਸਫਰ ਦੇ ਲਈ ਤੁਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਇਹਨੂੰ ਟਰਾਂਸਫਰ ਕਰ ਸਕਦੇ ਆ। ਸੋ ਇਹਦੇ ਨਾਲ ਲੰਬੀਆਂ ਲਾਈਨਾਂ ਜਿਹੜੀਆਂ ਲੱਗਦੀਆਂ ਸੀ ਉਹਨਾਂ ਨੂੰ ਥੋੜ੍ਹਾ ਜਿਹਾ ਇੱਕ ਵਾਰੀ ਤਾਂ ਉਹ ਰੁਕ ਜਾਣਗੀਆਂ। ਜਿਹੜੇ ਸੋਸ਼ਲ ਡਿਵੈਲਪਮੈਂਟ ਮਿਨਿਸਟਰ ਨੇ ਕੈਰੀਨਾ ਗੋਲਡ, ਉਹਨਾਂ ਨੇ ਇਹ ਗੱਲਬਾਤ ਕਹੀ ਆ ਕਿ ਇੱਕ ਜਿਹੜਾ ਵਿਅਕਤੀ ਹੈ ਕਦੋਂ ਜਾਣ ਦਾ ਪਲਾਨ ਬਣਾ ਰਿਹਾ ਐਪਲੀਕੇਸ਼ਨ ਉਹਦੀ, ਜਾਂ ਤਾਂ ਜਿਹੜੀ ਉਹਨੂੰ ਤੇਜ਼ ਕਰ ਦਿੱਤਾ ਜਾਊਗਾ ਜਾਂ ਉਹਨਾਂ ਦੀ ਪਾਸਪੋਰਟ ਜਿਹੜਾ ਉਹਨਾਂ ਨੂੰ ਮੇਲ ਕਰ ਦਿੱਤਾ ਜਾਊਗਾ ਜਾਂ ਕਿਸੇ ਤਰੀਕੇ ਦੇ ਨਾਲ ਉਹਨੂੰ ਕਹਿੰਦੇ ਅਸੀਂ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਹੁਣ ਮਾਮਲਾ ਇਹ ਸੀ ਵੀ ਲਾਈਨਾਂ ਲੱਗੀਆਂ ਕਿਉਂ, ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿੰਨੀ ਉੱਥੇ ਕਪੈਸਿਟੀ ਹੁੰਦੀ ਉਹ ਤੋਂ ਕਿਤੇ ਜ਼ਿਆਦਾ ਲੋਕ ਆਈ ਜਾਂਦੇ ਆ। ਮਿਨਿਸਟਰ ਇਹ ਕਹਿ ਰਹੇ ਆ ਕਿ ਮੰਨ ਲਓ ਇੱਕ ਥਾਂ ਦੇ ਉੱਤੇ ਜਿਹੜਾ ਪੈਂਡੈਮਿਕ ਦੇ ਵਿੱਚ ਜਿੰਨੀਆਂ ਐਪਲੀਕੇਸ਼ਨ ਆਉਂਦੀਆਂ ਸੀਗੀਆਂ ਉਹਦੇ ਤੋਂ ਕਿਤੇ ਜ਼ਿਆਦਾ ਐਪਲੀਕੇਸ਼ਨ ਆਉਣ ਲੱਗ ਪਈਆਂ। 500 ਤੋਂ ਜ਼ਿਆਦਾ ਐਪਲੀਕੇਸ਼ਨ ਇੱਕ ਦਿਨ ਦੇ ਵਿੱਚ ਮੌਂਟਰੀਅਲ ਦੇ ਪਾਸਪੋਰਟ ਆਫਿਸ ਦੇ ਵਿੱਚ ਪ੍ਰੋਸੈਸ ਹੋ ਰਹੀਆਂ, ਜਦੋਂ ਕਿ ਉਹਦੀ ਕਪੈਸਿਟੀ 150 ਤੋਂ 200 ਸੀ। ਪੈਂਡੈਮਿਕ ਤੋਂ ਪਹਿਲਾਂ 150-200 ਐਪਲੀਕੇਸ਼ਨ ਇੱਕ ਦਿਨ ਦੇ ਵਿੱਚ ਆਉਂਦੀ ਸੀ, ਹੁਣ 500 ਤੋਂ ਜ਼ਿਆਦਾ ਰੋਜ਼ ਆ ਰਹੀ ਹੈ, ਮਤਲਬ 3 ਗੁਣਾ ਤੋਂ ਵੀ ਜ਼ਿਆਦਾ ਐਪਲੀਕੇਸ਼ਨ ਵੱਧ ਗਈਆਂ। ਅਤੇ ਇਹਦੇ ਨਾਲ ਕੁਦਰਤੀ ਤੌਰ 'ਤੇ ਇੰਪਲੋਈਜ਼ ਜਿਹੜੇ ਆ ਉਹ ਇਹਦੇ ਵਿੱਚ ਚਲੇ ਗਏ। ਫੈਕਟਰ ਬਹੁਤ ਸਾਰੇ ਹੋਏ ਆ, ਬਹੁਤ ਸਾਰੇ ਲੋਕ ਜਿਹੜੇ ਆ ਉਹਨਾਂ ਨੇ ਪੈਂਡੈਮਿਕ ਦੇ ਵਿੱਚ ਆਪਣੇ ਪਾਸਪੋਰਟ ਐਕਸਪਾਇਰ ਹੋਣ ਦਿੱਤੇ ਵੀ ਕਿਹੜਾ ਕਿਤੇ ਜਾਣਾ ਹੈ, ਕੋਈ ਗੱਲ ਨਹੀਂ, ਹੋ ਵੀ ਗਿਆ। ਹੁਣ ਜਦੋਂ ਉਹ ਹੋ ਗਿਆ ਤੇ ਹੁਣ ਉਹ ਰੀਨਿਊ ਕਰਾਉਣ ਦੇ ਲਈ ਇਕੱਠੇ ਹੋਏ ਆ। ਦੂਜਾ ਹੈ ਕਿ ਸਾਨੂੰ ਕਰਨਾ ਕੀ ਚਾਹੀਦਾ ਇਹਦੇ ਲਈ, ਜਾਂ ਇਹਦੇ ਲਈ ਟਾਈਮ ਕਿੰਨਾ ਕੁ ਲੱਗਦਾ। ਬਹੁਤ ਸਾਰੇ ਲੋਕਾਂ ਦੇ ਇਹ ਵੀ ਸਵਾਲ ਆ ਕਿ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਤੁਹਾਡਾ ਕੈਨੇਡਾ ਦਾ ਪਾਸਪੋਰਟ ਜੇਕਰ ਐਕਸਪਾਇਰ ਹੋ ਜਾਂਦਾ ਤੇ ਉਹਨੂੰ ਸਮਾਂ ਕਿੰਨਾ ਕੁ ਲੱਗਦਾ ਆ। ਉਹ ਦੱਸਦੇ ਆ ਕਿ ਜਿਹੜੇ ਇਹਨੂੰ ਤੁਸੀਂ ਅਪਡੇਟ ਕਰਕੇ ਵੇਟ ਟਾਈਮ ਉੱਥੇ ਐਸਟੀਮੇਟ ਕਰ ਸਕਦੇ ਆ 45 ਵਰਕਿੰਗ ਡੇਜ਼ ਦੱਸੇ ਜਾ ਰਹੇ ਆ, ਜਾਂ ਕਹਿ ਲਓ ਵੀ 9 ਹਫ਼ਤੇ ਜਦੋਂ ਤੁਸੀਂ ਅਪਲਾਈ ਕਰ ਦਿੰਦੇ ਆ। ਜਿਹੜੇ 45 ਦਿਨਾਂ ਦੇ ਵਿੱਚ ਵੀ ਟਰੈਵਲ ਕਰਦੇ ਆ ਉਹਨਾਂ ਦੀ ਅਪੁਆਇੰਟਮੈਂਟ ਮਿਲ ਜਾਂਦੀ, ਉਹਨਾਂ ਨੂੰ ਆਪਣਾ ਪ੍ਰੂਫ ਆਫ ਟਰੈਵਲ ਦੇਣਾ ਪੈਂਦਾ। ਵਾਕ-ਇਨ ਅਪੁਆਇੰਟਮੈਂਟ ਵੀ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਹੈਗੀਆਂ ਆ। ਅਤੇ ਲੋਕ ਕੁਛ ਇਹ ਵੀ ਪੁੱਛ ਰਹੇ ਆ ਕਿ ਜੇਕਰ ਅਸੀਂ ਕੁਛ ਅਗਲੇ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਹੀ ਟਰੈਵਲ ਕਰਨਾ ਹੋਵੇ ਤਾਂ ਫਿਰ ਸਾਡੇ ਕੋਲ ਕਿਹੜੀ ਆਪਸ਼ਨ ਜਿਹੜੀ ਬਚਦੀ ਹੈ। ਜੇ ਕਿਸੇ ਨੇ ਉਹ ਕਹਿੰਦੇ 2 ਜਾਂ 2 ਤੋਂ ਘੱਟ ਬਿਜ਼ਨਸ ਦਿਨਾਂ ਦੇ ਵਿੱਚ ਤੁਸੀਂ ਟਰੈਵਲ ਕਰਨਾ ਅਤੇ ਤੁਹਾਡੇ ਕੋਲ ਪ੍ਰੂਫ ਆਫ ਟਰੈਵਲ ਹੈਗਾ ਆ, ਤਾਂ ਪਾਸਪੋਰਟ ਜਿਹੜਾ ਆਫਿਸ ਆ ਤੁਹਾਨੂੰ ਅਰਜੈਂਟ ਪਿਕਅਪ ਵੀ ਆਫਰ ਕਰਦਾ ਹੈ ਕਿ ਤੁਸੀਂ ਉੱਥੋਂ ਜਿੰਨੀ ਜਲਦੀ ਹੋ ਸਕਦਾ ਉਦੋਂ ਚੱਕ ਲਓਗੇ। ਹੁਣ ਇਹਨੂੰ ਲੋਕ ਸਵਾਲ ਕਰਦੇ ਆ ਕਿ ਇਹਨੂੰ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਕੀ ਕੀਤਾ ਗਿਆ, ਅਤੇ ਜਿਹੜੀ ਸਰਕਾਰ ਆ ਉਹ ਲੋਕਾਂ ਦੀ ਇਸ ਜਾਣਕਾਰੀ ਦੇ ਲਈ ਦੱਸ ਰਹੀ ਹੈ ਕਿ ਫੈਡਰਲ ਸਰਕਾਰ ਨੇ 600 ਤੋਂ ਜ਼ਿਆਦਾ ਸਟਾਫ ਨੂੰ ਹਾਇਰ ਕੀਤਾ ਸੀ ਅਤੇ ਕਈ ਹੋਰ ਮਹਿਕਮਿਆਂ ਦੇ ਬੰਦੇ ਚੱਕ ਕੇ ਉਹਨਾਂ ਨੇ ਇਸ ਮਹਿਕਮੇ ਦੇ ਵਿੱਚ ਭੇਜ ਦਿੱਤੇ ਸੀ ਕਿ ਇੱਧਰ ਕੋਈ ਨਹੀਂ, ਕੰਮ ਫੇਰ ਹੋ ਜਾਊਗਾ, ਪਹਿਲਾਂ ਜਿਹੜਾ ਪਾਸਪੋਰਟ ਵਾਲਾ ਬੈਕਲੌਗ ਆ ਇਹਨੂੰ ਕਲੀਅਰ ਕਰੋ। ਇਹਦੇ ਵਿੱਚ ਕੈਨੇਡਾ ਰੈਵਨਿਊ ਏਜੰਸੀ ਦੇ ਬਹੁਤ ਸਾਰੇ ਲੋਕ ਵੀ ਸੀਗੇ, ਕਈ ਹੋਰ ਡਿਪਾਰਟਮੈਂਟ ਦੇ ਲੋਕ ਵੀ ਸੀਗੇ ਜਿਹੜੇ ਉਹਨਾਂ ਨੇ ਇਹ ਪਾਸਪੋਰਟ ਬਣਾਉਣ ਦੇ ਉੱਤੇ ਲਾਏ ਆ। ਸੋ ਸਵਾਲ ਇਹ ਵੀ ਆ ਕਿ ਪੈਂਡੈਮਿਕ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਪਾਸਪੋਰਟ ਆਫਿਸ ਦੇ ਵਿੱਚ ਵੇਟ ਟਾਈਮ ਸੀਗਾ, ਹੌਲੀ ਹੌਲੀ ਜਿਹੜਾ ਇਹ ਉਹਦੇ ਤੱਕ ਪਹੁੰਚ ਜਾਊਗਾ ਅਤੇ ਫਿਰ ਇੱਕ ਵਾਰੀ ਲੋਕਾਂ ਨੂੰ ਪਹਿਲਾਂ ਵਾਂਗੂ ਸਮੇਂ ਸਿਰ ਪਾਸਪੋਰਟ ਮਿਲਣੇ ਸ਼ੁਰੂ ਹੋ ਜਾਣਗੇ। ਆਖਰੀ ਖਬਰ ਟਿਮ ਹਾਰਟਨ ਦੀ ਆ। ਟਿਮ ਹਾਰਟਨ ਇੱਕ ਸੈਟਲਮੈਂਟ ਹੋਈ ਹੈ ਇਹਨਾਂ ਦੀਆਂ, ਬਹੁਤ ਸਾਰੇ ਕਲਾਸ ਐਕਸ਼ਨ ਲਾ ਸੂਟ ਜਿਹੜੇ ਸੀਗੇ ਇਹਨਾਂ ਦੇ ਉੱਤੇ ਇਸ ਰੈਸਟੋਰੈਂਟ ਦੀ ਮੋਬਾਈਲ ਐਪ ਦੇ ਨਾਲ ਸੰਬੰਧਿਤ ਸੀ। ਬਹੁਤ ਸਾਰੇ ਲੋਕਾਂ ਨੇ ਆਪਣੇ ਫੋਨ ਦੇ ਉੱਤੇ ਟਿਮ ਹਾਰਟਨ ਦੀ ਐਪ ਡਾਊਨਲੋਡ ਕੀਤੀ ਹੁੰਦੀ ਆ, ਉਹ ਪਹਿਲਾਂ ਆਰਡਰ ਕਰ ਦਿੰਦੇ ਆ ਉਸ ਐਪ ਦੇ ਉੱਤੇ। ਵੈਸੇ ਤਾਂ ਡਰਾਈਵ ਥਰੂ ਦੇ ਵਿੱਚ ਜਾ ਕੇ ਵੀ ਆਰਡਰ ਕੀਤਾ ਜਾ ਸਕਦਾ, ਪਰ ਲੋਕ ਪਹਿਲਾਂ ਆਰਡਰ ਕਰ ਦਿੰਦੇ ਆ, ਉਹਦੇ ਤੋਂ ਆਪਣੇ ਆਪ ਹੀ ਪੇ ਹੋ ਜਾਂਦਾ ਅਤੇ ਆਰਡਰ ਤੁਹਾਡਾ ਤਿਆਰ ਹੁੰਦਾ, ਤੁਸੀਂ ਡਰਾਈਵ ਥਰੂ ਦੇ ਵਿੱਚੋਂ ਜਾਂ ਦੂਜੇ ਪਾਸਿਓਂ ਜਾ ਕੇ ਆਰਡਰ ਚੱਕ ਲੈਂਦੇ ਹੋ। ਉਹ ਮੋਬਾਈਲ ਐਪ ਜਿਹਨਾਂ ਲੋਕਾਂ ਨੇ ਡਾਊਨਲੋਡ ਕੀਤੀ ਸੀ, ਉਹਨਾਂ ਦੀ ਜਿਹੜੀ ਪ੍ਰਾਈਵੇਸੀ ਸੀ, ਉਹਨਾਂ ਦੀ ਜਿਹੜੀ ਨਿੱਜੀ ਜਾਣਕਾਰੀ ਸੀ,
ਉਹ ਲੀਕ ਹੋ ਗਈ ਕਿਸੇ ਤਰ੍ਹਾਂ, ਮਤਲਬ ਉਹਨਾਂ ਦੀ ਲੋਕੇਸ਼ਨ ਕਹਿੰਦੇ ਟਰੇਸ ਕੀਤੀ ਗਈ ਜਾਂ ਹੋ ਰਹੀ ਸੀ ਉਹਨਾਂ ਦੀ। ਜਿਹੜਾ ਬੰਦਾ ਇਹ ਐਪ ਡਾਊਨਲੋਡ ਕਰ ਲੈਂਦਾ ਸੀ ਆਪਣੇ ਫੋਨ ਦੇ ਵਿੱਚ, ਉਹਦੀ ਮੂਵਮੈਂਟ, ਉਹਦੀ ਲੋਕੇਸ਼ਨ, ਉਹ ਕਿੱਧਰ ਜਾ ਰਿਹਾ, ਕਦੋਂ ਜਾ ਰਿਹਾ, ਉਹ ਸਾਰਾ ਕੁਝ ਦੂਜਿਆਂ ਨੂੰ ਜਾਂ ਜਿਹੜੀਆਂ ਮਤਲਬ ਉਹਦਾ ਡਾਟਾ ਜਿਹੜਾ ਸੀ ਉਹ ਲੀਕ ਹੋ ਰਿਹਾ ਸੀ। ਤੇ ਹੁਣ ਉਹਨਾਂ ਨੇ ਇਹ ਆਫਰ ਕੀਤਾ, ਸੈਟਲਮੈਂਟ ਇਹ ਹੋਈ ਆ ਕਿ ਜਿਹੜੇ ਵੀ ਇਹਦੇ ਤੋਂ ਪ੍ਰਭਾਵਿਤ ਹੋਏ ਸੀ ਉਹਨਾਂ ਨੂੰ ਅਸੀਂ ਫ੍ਰੀ ਕਾਫੀ ਦੇਵਾਂਗੇ ਤੇ ਡੋਨਟ ਜਿਹੜੇ ਆ ਉਹ ਵੀ ਜਿਹੜੇ ਆ ਫ੍ਰੀ ਦਿੱਤੇ ਜਾਣਗੇ। ਪਰ ਹੱਲੇ ਇਹਦੀ ਕੋਰਟ ਅਪਰੂਵਲ ਦੀ ਇਹਦੇ ਲਈ ਲੋੜ ਹੈ। ਜਦੋਂ ਅਪਰੂਵਲ ਆ ਗਈ ਉਹਦੇ ਤੋਂ ਬਾਅਦ ਇਹ ਉਹ ਦੇਣਗੇ। ਕਾਫੀ ਤੇ ਡੋਨਟ ਦੀ ਇਹ ਲੰਬੀ ਚੇਨ ਆ, ਜਿਹੜੇ ਐਲੀਜੀਬਲ ਐਪ ਯੂਜ਼ਰਸ ਨੇ ਉਹਨਾਂ ਨੂੰ ਫ੍ਰੀ ਜਿਹੜੀ ਹੌਟ ਬਿਊਵੇਜ ਤੇ ਬੇਕਡ ਗੁੱਡਸ ਜਿਹੜੀਆਂ ਉਹ ਉਹਨਾਂ ਨੂੰ ਮਿਲਣਗੀਆਂ। ਟਿਮ ਹਾਰਟਨ ਕਹਿ ਰਿਹਾ ਕਿ ਕੋਰਟ ਡਾਕੂਮੈਂਟ ਦੇ ਅਨੁਸਾਰ ਜਿਨ੍ਹਾਂ ਨੇ ਉਹਨਾਂ ਨੇ ਹੁਣ ਪਰਮਾਨੈਂਟਲੀ ਜਿਹੜੀ ਜੀਓ ਲੋਕੇਸ਼ਨ ਇਨਫੋਰਮੇਸ਼ਨ ਉਹ ਡਿਲੀਟ ਕਰ ਦਿੱਤੀ ਆ। ਤੇ ਅਪ੍ਰੈਲ 1, 2019 ਤੋਂ ਲੈ ਕੇ ਸਤੰਬਰ 30, 2020 ਤੱਕ ਇੱਕ ਥਰਡ ਪਾਰਟੀ ਸਰਵਿਸਿਜ਼ ਉਹ ਜਿਹੜੀਆਂ ਲੈ ਰਹੇ ਸੀ ਤੇ ਉਹਦੇ ਤਹਿਤ ਇਹ ਪਤਾ ਲੱਗਿਆ ਸੀ ਕਿ ਇਹ ਜਿਹੜੀ ਸਾਰੀ ਇਹਨਾਂ ਦੀ ਪ੍ਰਾਈਵੇਸੀ ਆ ਇਹਨਾਂ ਲੋਕਾਂ ਦੀ ਉਹ ਲੀਕ ਹੋ ਰਹੀ ਸੀ। ਬੇਸਿਕਲੀ ਉਹਨਾਂ ਦੇ ਮੂਵਮੈਂਟ ਟਰੈਕ ਹੋ ਰਹੀ ਸੀ ਕਿ ਉਹ ਵਿਅਕਤੀ, ਆਮ ਸਧਾਰਨ ਵਿਅਕਤੀ ਨੂੰ ਤੇ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਪਰ ਫਿਰ ਵੀ ਤੁਹਾਡੀ ਪ੍ਰਾਈਵੇਸੀ ਹੈ, ਤੁਸੀਂ ਜਾ ਕਿੱਥੇ ਰਹੇ ਆ। ਜੇ ਤੁਸੀਂ ਜਾ ਰਹੇ ਆ ਤਾਂ ਉਹ ਹਰ ਮਿੰਟ ਬਾਅਦ ਰਿਕਾਰਡ ਕਿਉਂ ਹੋ ਰਹੀ ਆ। ਤੇ ਜਦੋਂ ਵਿਅਕਤੀ ਉਹ ਐਪ ਨੂੰ ਓਪਨ ਨਹੀਂ ਵੀ ਕਰਦਾ ਸੀ ਉਹਨਾਂ ਦੇ ਫੋਨ ਦੇ ਉੱਤੇ, ਤਾਂ ਵੀ ਉਹਦੀ ਐਕਟੀਵਿਟੀ ਜਿਹੜੀ ਮੂਵਮੈਂਟ ਆ ਰਿਕਾਰਡ ਹੋ ਰਹੀ ਸੀ ਕਿ ਬੰਦਾ ਹੁਣ ਇੱਧਰ ਨੂੰ ਚਲੇਗਾ, ਹੁਣ ਇੱਧਰ ਨੂੰ ਚਲੇਗਾ। ਜਿਹੜੀ ਕਿ ਇੱਕ ਇਨਵੈਸਟੀਗੇਸ਼ਨ ਲਾਂਚ ਹੋਈ ਸੀ ਇਹਦੇ ਵਿੱਚ ਤੇ ਉਹਦੇ ਤੋਂ ਬਾਅਦ ਜਿਹੜਾ ਨੈਸ਼ਨਲ ਪੋਸਟ ਦਾ ਇੱਕ ਰਿਪੋਰਟਰ ਸੀ ਜੇਮਸ ਮੈਕਲਿਓਡ, ਉਹਨੇ ਡਾਟਾ ਇਕੱਠਾ ਕੀਤਾ ਸੀ। ਉਹਨੇ ਆਪਣੀ ਐਪ ਤੋਂ ਡਾਟਾ ਦੇਖ ਕੇ ਦੱਸਿਆ ਸੀ ਕਿ ਉਹਦੀ ਲੋਕੇਸ਼ਨ ਪਿਛਲੇ 5 ਮਹੀਨਿਆਂ ਦੇ ਵਿੱਚ 2700 ਵਾਰੀ ਉਹਦੀ ਲੋਕੇਸ਼ਨ ਨੂੰ ਟਰੈਕ ਕੀਤਾ ਗਿਆ ਆ। ਟਿਮ ਹਾਰਟਨ ਨੇ ਆਪਣੀ ਸਟੇਟਮੈਂਟ ਦੇ ਵਿੱਚ ਦੱਸਦੇ ਆ ਕਿ ਅਸੀਂ ਜਿਹੜੀ ਪ੍ਰਪੋਜ਼ ਸੈਟਲਮੈਂਟ ਹੈਗੀ ਆ ਉਹ 4 ਕਲਾਸ ਐਕਸ਼ਨ ਲਾ ਸੂਟ ਫਾਈਲ ਹੋਏ ਸੀ ਕੁਬੈਕ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤੇ ਓਨਟਾਰੀਓ ਦੇ ਵਿੱਚ। ਸਾਰੀਆਂ ਪਾਰਟੀਜ਼ ਇਸ ਫੇਅਰ ਸੈਟਲਮੈਂਟ ਦੇ ਉੱਤੇ ਐਗਰੀ ਹੋਈਆਂ ਤੇ ਇਹਦੀ ਹੁਣ ਜਿਹੜੀ ਕਾਰਵਾਈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਹੋਊਗਾ ਤੇ ਇਹਦੇ ਤੋਂ ਬਾਅਦ ਫਿਰ ਉਹਨਾਂ ਨੂੰ ਜਿਹੜੀ ਆ ਸੂਚਨਾ ਦਿੱਤੀ ਜਾਊਗੀ ਜਿਹੜੇ ਇਸ ਚੀਜ਼ ਤੋਂ ਪ੍ਰਭਾਵਿਤ ਹੋਏ ਸੀ ਕਿ ਉਹਨਾਂ ਦੇ ਲਈ ਇਹ ਕਿਸ ਤਰੀਕੇ ਨਾਲ ਸੈਟਲਮੈਂਟ ਕੀਤੀ ਜਾਣੀ। ਦੋਸਤੋ, ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਮੰਗਲਵਾਰ ਫਿਰ ਤੁਹਾਡੇ ਨਾਲ ਹੁਣ ਮੁਲਾਕਾਤ ਹੋਏਗੀ ਕੁਛ ਨਵੀਆਂ ਖਬਰਾਂ ਨਾਲ, ਕੁਛ ਨਵੀਆਂ ਗੱਲਾਂ ਬਾਤਾਂ ਨਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।